ਸੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਤੁਸੀਂ ਸਾਡੀ ਪਹਿਲੀ ਵੀਡੀਓ ਦੇਖ ਹੀ ਲਈ ਹੋਣੀ, ਜਿਹਦੇ ਵਿੱਚ ਆਪਾਂ ਤੁਹਾਨੂੰ ਇਸ ਬ੍ਰੈਡ ਬੋਰਡ ਬਾਰੇ ਦੱਸਿਆ ਸੀ। ਹੁਣ ਇਹ ਬ੍ਰੈਡ ਬੋਰਡ ਦੀ ਵੀਡੀਓ ਜੇ ਤੁਸੀਂ ਨਹੀਂ ਦੇਖੀ ਹੈ ਤਾਂ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਪਹਿਲਾਂ ਜਾ ਕੇ ਉਹ ਵਾਲੀ ਵੀਡੀਓ ਦੇਖੋ, ਕਿਉਂਕਿ ਇਹ ਵਾਲੀ ਵੀਡੀਓ ਦੇ ਵਿੱਚ ਆਪਾਂ ਸੋਲਡਰਿੰਗ ਸਿੱਖਾਂਗੇ, ਜੋ ਕਿ ਬ੍ਰੈਡ ਬੋਰਡ ਤੋਂ ਅਗਲਾ ਸਟੈਪ ਹੈ। ਤਾਂ ਇੱਕ ਵਾਰੀ ਜੇ ਤੁਸੀਂ ਉਹ ਵਾਲੀ ਵੀਡੀਓ ਦੇਖ ਲਓ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਬੇਸਿਕਸ ਕੀ ਹੁੰਦੇ ਨੇ, ਸਰਕਟ ਕਿਵੇਂ ਬਣਾਏ ਜਾਂਦੇ ਨੇ ਇੱਕ ਬ੍ਰੈਡ ਬੋਰਡ ਦੇ ਉੱਤੇ। ਤੇ ਜਦੋਂ ਸਾਨੂੰ ਪਤਾ ਲੱਗ ਜਾਏ ਕਿ ਇਹ ਹੁਣ ਸਰਕਟ ਫਾਈਨਲ ਹੈ, ਹੁਣ ਸਾਨੂੰ ਇਹਨੂੰ ਹੋਰ ਇਹਦੇ ਵਿੱਚ ਬਦਲਾਵ ਕਰਨ ਦੀ ਜ਼ਰੂਰਤ ਨਹੀਂ ਹੈ, ਤਾਂ ਫਿਰ ਅਸੀਂ ਉਹਦੀ ਪੱਕੀ PCB ਬਣਾਉਂਦੇ ਆ। PCB ਦਾ ਮਤਲਬ ਐਸੇ ਹੁੰਦਾ ਪ੍ਰਿੰਟਡ ਸਰਕਟ ਬੋਰਡ। ਅਸੀਂ ਫਿਰ ਉਹਦੀ ਪੱਕੀ PCB ਬਣਾਉਂਦੇ ਆ। ਉਹ ਅਸੀਂ ਬਣਾਉਂਦੇ ਆ ਇੱਕ ਵੈਰੋ ਬੋਰਡ ਤੇ ਜਾਂ ਫਿਰ ਇੱਕ ਪਿਨ ਹੋਲ PCB ਤੇ, ਸਿੰਗਲ ਹੋਲ ਪਿਨ ਹੋਲ PCB ਤੇ। ਸੋ ਇਸੇ ਲਈ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਕਿ ਸੋਲਡਰਿੰਗ ਕਿਵੇਂ ਕੀਤੀ ਜਾਂਦੀ ਹੈ ਪ੍ਰੋਪਰ ਤਰੀਕੇ ਦੇ ਨਾਲ, ਤੇ ਫਿਰ ਸੋਲਡਰਿੰਗ ਦੇ ਵਿੱਚ ਆਪਾਂ ਤੁਹਾਨੂੰ ਇਹ ਵੀ ਸਿਖਾਵਾਂਗੇ ਕਿ ਕੰਪੋਨੈਂਟਸ ਲਗਾਏ ਕਿਵੇਂ ਜਾਂਦੇ ਨੇ PCB ਤੇ ਪਲੱਸ ਉਹਨਾਂ ਨੂੰ ਰਿਮੂਵ ਵੀ ਕਿਵੇਂ ਕੀਤਾ ਜਾਂਦਾ ਹੈ। ਮਤਲਬ ਕਿ ਤੁਸੀਂ ਡੀਸੋਲਡਰਿੰਗ ਵੀ ਕਰਨੀ ਅੱਜ ਇਸ ਵੀਡੀਓ ਤੋਂ ਸਿੱਖੋਗੇ। ਤੇ ਜਿੰਨੇ ਵੀ ਕੰਪੋਨੈਂਟਸ ਹੋਣਗੇ ਮੈਂ ਉਹਨਾਂ ਬਾਰੇ ਵੀ ਤੁਹਾਨੂੰ ਅੱਜ ਇਹਦੇ ਵਿੱਚ ਦੱਸਾਂਗਾ, ਤੇ ਪਲੱਸ ਮੈਂ ਤੁਹਾਨੂੰ ਇਹ ਵੀ ਦੱਸਾਂਗਾ ਕਿ ਜਿਹੜੇ ਕੰਪੋਨੈਂਟਸ ਨੇ ਇਹਨਾਂ ਨੂੰ ਕਿਸ ਤਰੀਕੇ ਨਾਲ ਯੂਜ਼ ਕੀਤਾ ਜਾਂਦਾ ਹੈ, ਤੇ ਤੁਹਾਨੂੰ ਮਿਨੀਮਮ ਕਿਹੜੇ ਕੰਪੋਨੈਂਟ ਚਾਹੀਦੇ ਨੇ ਸੋਲਡਰਿੰਗ ਕਰਨ ਵਾਸਤੇ, ਕਿਉਂਕਿ ਜ਼ਿਆਦਾ ਦਾ ਤਾਂ ਕੋਈ ਅੰਤ ਨਹੀਂ ਹੈ ਜੀ, ਲੇਕਿਨ ਮਿਨੀਮਮ ਤੁਹਾਨੂੰ ਕਿਹੜੇ ਕੰਪੋਨੈਂਟਸ ਦੇ ਨਾਲ ਤੁਸੀਂ ਆਸਾਨੀ ਨਾਲ ਇੱਕ ਆਪਣੀ PCB ਡਿਜ਼ਾਈਨ ਕਰ ਸਕਦੇ ਹੋ ਆਪਣੇ ਘਰੇ ਬੈਠੇ ਉਹ ਅੱਜ ਤੁਹਾਨੂੰ ਦੱਸਿਆ ਜਾਏਗਾ। ਹੁਣ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ, ਕਿਉਂਕਿ ਜਿੰਨੀਆਂ ਵੀ ਵੱਡੀ ਮਸ਼ੀਨਸ ਬਣਦੀਆਂ, ਆਟੋਨੋਮਸ ਰੋਬੋਟਸ ਬਣਦੇ ਆ, ਆਰਡੂਇਨੋ ਦੇ ਵਿੱਚ ਜੋ ਵੀ ਅੱਗੇ ਕੁਝ ਬਣੇਗਾ, ਉਹ ਸਭ ਕੁਝ ਦਾ ਜਿਹੜਾ ਬੇਸਿਕਸ ਹੈ ਉਹ ਤੁਹਾਨੂੰ ਸੋਲਡਰਿੰਗ ਕਰਨੀ ਆਣੀ ਚਾਹੀਦੀ ਹੈ, ਕਿਉਂਕਿ ਇੱਥੋਂ ਦੀ ਹੀ ਸਭ ਕੁਝ ਸ਼ੁਰੂਆਤ ਹੁੰਦੀ ਹੈ। ਸੋ ਇਸੇ ਲਈ ਬਣੇ ਰਹੋ ਟੈਕਨੋ ਪੰਜਾਬ ਦੇ ਨਾਲ, ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੇ ਹਾਂ। ਦੋਸਤੋ, ਅੱਜ ਆਪਾਂ ਇਸ ਵੀਡੀਓ ਨੂੰ ਥੋੜੇ ਅਲੱਗ ਅੰਦਾਜ਼ ਦੇ ਵਿੱਚ ਸ਼ੁਰੂ ਕਰਾਂਗੇ। ਪਹਿਲਾਂ ਵਾਲੀ ਵੀਡੀਓਜ਼ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਮੈਂ ਤੁਹਾਨੂੰ ਸਿੱਧਾ ਦੱਸਦਾ ਰਹਿਣਾ, ਤੇ ਫਿਰ ਐਂਡ ਦੇ ਵਿੱਚ ਜਾ ਕੇ ਸਾਨੂੰ ਪਤਾ ਲੱਗਦਾ ਕਿ ਇਸ ਵੀਡੀਓ ਦੇ ਵਿੱਚ ਆਪਾਂ ਕੀ ਕੀਤਾ। ਪਰ ਅੱਜ ਮੈਂ ਤੁਹਾਨੂੰ ਪਹਿਲਾਂ ਦੱਸਣ ਜਾ ਰਿਹਾ ਕਿ ਇਸ ਵੀਡੀਓ ਦਾ ਮਕਸਦ ਕੀ ਹੈ ਤੇ ਇਸ ਵੀਡੀਓ ਦੇ ਅੰਤ ਤੱਕ ਤੁਸੀਂ ਕੀ ਸਿੱਖੋਗੇ। ਸੋ ਜਿਵੇਂ ਕਿ ਮੈਂ ਤੁਹਾਨੂੰ ਦਿਖਾਵਾਂ, ਇਹ ਇੱਕ PCB ਹੈ, ਪ੍ਰਿੰਟਡ ਸਰਕਟ ਬੋਰਡ। ਇਸ ਨੂੰ ਮਸ਼ੀਨਾਂ ਤਿਆਰ ਕਰਦੀਆਂ ਨੇ, ਲੇਕਿਨ ਅਸੀਂ ਇਹ ਬਣਾ ਸਕਦੇ ਹਾਂ। ਤੇ ਵੈਸੇ ਅਸੀਂ ਇਹ ਵੀ ਬਣਾ ਸਕਦੇ ਹਾਂ ਕੈਮੀਕਲਸ ਦੇ ਨਾਲ, ਜੇ ਸਾਨੂੰ ਇਹਦੇ ਵਿੱਚ ਰਿਐਕਸ਼ਨ ਕਰਾ ਕੇ ਕਾਪਰ ਦੀ ਇੱਕ ਸ਼ੀਟ ਲੈ ਕੇ ਉਹਦੇ ਨਾਲ ਵੀ ਆਪਾਂ ਇਹਨੂੰ ਕਰ ਸਕਦੇ ਹਾਂ, ਲੇਕਿਨ ਸੋਲਡਰਿੰਗ ਦੇ ਮਾਧਿਅਮ ਦੇ ਨਾਲ ਅਸੀਂ ਇਦਾਂ ਦੀ PCB ਬਣਾਉਂਦੇ ਹਾਂ ਜਿਵੇਂ ਕਿ ਮੈਂ ਇਹ ਬਣਾਈ ਹੈ। ਇਹ PCB ਮੋਟਰ ਡਰਾਈਵਰ ਦੀ ਹੈ, ਮਤਲਬ ਕਿ ਤੁਸੀਂ ਇਹਦੇ ਨਾਲ ਮੋਟਰਸ ਡਰਾਈਵ ਕਰ ਸਕਦੇ ਹੋ। ਤੇ ਇਹ ਮੈਂ ਇਦਾਂ ਬਣਾਈ ਹੈ ਕਿ ਜੇ ਤੁਸੀਂ ਚਾਹੋ ਤਾਂ ਇਸ ਤੋਂ ਕੰਪੋਨੈਂਟ ਇਦਾਂ ਰਿਮੂਵ ਕਰ ਸਕੋ। ਇਹ ਸਭ ਤੋਂ ਵਧੀਆ ਫੀਚਰ ਹੈ ਜੀ ਆਪ PCB ਬਣਾਉਣ ਦਾ, ਕਿ ਤੁਸੀਂ ਜੋ ਚਾਹੋ ਉਹ ਕਰ ਸਕਦੇ ਹੋ। ਇਹ ਇੱਕ ਆਰਡੂਇਨੋ ਪ੍ਰੋ ਮਿਨੀ ਹੈ। ਦੇਖੋ ਮੈਂ ਇਹਨੂੰ ਇਦਾਂ ਇਸ ਤੇ ਲਗਾ ਸਕਦਾ ਹਾਂ, ਇਦਾਂ ਕਰਕੇ, ਤੇ ਇਹ ਦੇਖੋ ਮੇਰੀ ਕੰਪਲੀਟ PCB। ਤੇ ਇਹ ਤੁਸੀਂ ਕਰਦੇ ਹੋ ਇਹ ਵਾਲੇ ਫੀਮੇਲ ਹੈਡਰਸ ਦੀ ਮਦਦ ਦੇ ਨਾਲ। ਅੱਜ ਦੀ ਵੀਡੀਓਜ਼ ਦੇ ਵਿੱਚ ਆਪਾਂ ਇਹਦੇ ਬਾਰੇ ਪੂਰਾ ਡਿਟੇਲ ਦੇ ਵਿੱਚ ਜਾਣਾਂਗੇ ਜੀ। ਸੋ ਬਣੇ ਰਹੋ ਟੈਕਨੋ ਪੰਜਾਬ ਦੇ ਨਾਲ, ਸਾਰੇ ਕੰਪੋਨੈਂਟਸ ਵੀ ਤੁਹਾਨੂੰ ਦਿਖਾਏ ਜਾਣਗੇ। ਇਹ ਹੁਣ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਇਹ ਐਕਚੁਅਲੀ ਸਾਡੀ ਪਲੇਨ PCB ਹੁੰਦੀ ਹੈ ਜੋ ਸਾਨੂੰ ਮਾਰਕੀਟ ਤੋਂ ਮਿਲਦੀ ਹੈ। ਇਹ ਪੂਰਾ ਬੋਰਡ ਹੁੰਦਾ ਹੈ, ਜਿੱਥੋਂ ਦੀ ਮੈਂ ਇੱਕ ਸੈਕਸ਼ਨ ਕੱਟ ਲਿਆ ਪਿਆ ਇਹ PCB ਬਣਾਉਣ ਨੂੰ, ਜੋ ਮੈਂ ਤੁਹਾਨੂੰ ਦਿਖਾਈ ਸੀ। ਤੇ ਦੇਖੋ ਤੁਸੀਂ, ਇੱਕ ਪਾਸੇ ਦੇ ਕਾਪਰ ਡਾਟਸ ਹੁੰਦੇ ਨੇ, ਦੂਸਰੇ ਪਾਸੇ ਪਲੇਨ। ਇਹਨੂੰ ਕਹਿੰਦੇ ਆ ਜੀ ਸਿੰਗਲ ਹੋਲ ਜਾਂ ਫਿਰ ਪਿਨ ਹੋਲ ਵੈਰੋ ਬੋਰਡ ਜਾਂ PCB। ਦੇਖ ਸਕਦੇ ਹੋ ਜੀ। ਸੋ ਇਸ ਦੇ ਬਾਰੇ ਵੀ ਹੁਣ ਆਪਾਂ ਪੂਰੀ ਅੱਗੇ ਡਿਟੇਲ ਦੇ ਵਿੱਚ ਜਾਣਾਂਗੇ ਕਿ ਇਸ ਨੂੰ ਯੂਜ਼ ਕਿੱਦਾਂ ਕੀਤਾ ਜਾਂਦਾ ਹੈ, ਇਸ ਤੇ ਕੰਪੋਨੈਂਟ ਕਿੱਦਾਂ ਮਾਊਂਟ ਕੀਤੇ ਜਾਂਦੇ ਨੇ, ਕਿਹੜੀ ਚੀਜ਼ਾਂ ਸਾਨੂੰ ਰਿਕੁਆਇਰਡ ਹੁੰਦੀਆਂ ਨੇ, ਕਿਹੜੀ ਚੀਜ਼ਾਂ ਦੇ ਨਾਲ ਆਪਾਂ ਇਦਾਂ ਦੀਆਂ PCB ਡਿਜ਼ਾਈਨ ਕਰ ਸਕਦੇ ਹਾਂ ਜਿਹੜੇ ਬਿਲਕੁਲ ਐਨ ਵਧੀਆ ਹੋਣ, ਤੇ ਆਪਾਂ ਇਹਨਾਂ ਵਿੱਚੋਂ ਕੰਪੋਨੈਂਟ ਚੱਕ ਵੀ ਸਕੀਏ ਜੇ ਸਾਨੂੰ ਚਾਹੀਦੇ ਨੇ। ਜੇ ਆਪਾਂ ਕੰਪੋਨੈਂਟ ਪੂਰੇ ਫਿਕਸ ਰੱਖਣਾ ਚਾਹੁੰਦੇ ਹਾਂ, ਜਿਵੇਂ ਕਿ ਮੈਂ ਸੌਕਟਸ ਰੱਖੀਆਂ ਵੀ ਤਾਂ ਕਿ ਇਹ ਹਿੱਲਣ ਨਾ, ਜਿਨ੍ਹਾਂ ਦੀ ਮੈਨੂੰ ਜ਼ਰੂਰਤ ਨਹੀਂ ਹੈ ਚੱਕਣ ਦੀ ਵਾਰ-ਵਾਰ, ਉਹ ਆਪਾਂ ਇਹਨਾਂ ਨੂੰ ਫਿਕਸ ਵੀ ਕਰ ਸਕਦੇ ਹਾਂ। ਤਾਂ ਬ੍ਰੈਡ ਬੋਰਡ ਤੇ PCB ਦਾ ਸਭ ਤੋਂ ਵਧੀਆ ਕੰਬੀਨੇਸ਼ਨ ਹੈ ਜੀ, ਅੱਜ ਮੈਂ ਤੁਹਾਨੂੰ ਸਿਖਾਉਣ ਜਾ ਰਿਹਾ ਕਿ ਉਹ ਕਿੱਦਾਂ ਡਿਜ਼ਾਈਨ ਕਰੀਦਾ। ਸੋ ਬਣੇ ਰਹੋ ਜੀ ਟੈਕਨੋ ਪੰਜਾਬ ਦੇ ਨਾਲ। ਹਾਂਜੀ, ਸੋ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਸੋਲਡਰ ਦਿਖਦੇ ਕਿੱਦਾਂ ਦੇ ਨੇ। ਸੋ ਇਹ ਹੁੰਦੇ ਹੈ ਜੀ ਕਾਵੀਏ ਜਾਂ ਫਿਰ ਸੋਲਡਰ। ਹੁਣ ਇਹ ਇਸ ਟਾਈਮ 25 ਵਾਟ ਦਾ ਸੋਲਡਰ ਹੈ ਤੇ ਇਹ 35 ਵਾਟ ਦਾ। ਹੁਣ ਇਹਨਾਂ ਵਿੱਚ ਡਿਫਰੈਂਸ ਮੇਨ ਇਹੀ ਹੈ ਕਿ ਜੋ ਇਹ ਵਾਲਾ ਸੋਲਡਰ ਹੁੰਦਾ ਹੈ, ਜਿਹੜਾ ਪਤਲਾ ਹੁੰਦਾ ਹੈ ਅੱਗੋਂ ਦੀ, ਇਹਦੇ ਵਿੱਚ ਥੋੜੀ ਜੀ 35 ਵਾਟ ਵਾਲੇ ਸੋਲਡਰ ਨਾਲੋਂ ਹੀਟ ਘੱਟ ਹੁੰਦੀ ਹੈ। ਇਸ ਦੀ ਜੋ ਇਹ ਰੋਡ ਤੁਹਾਨੂੰ ਦਿਖ ਰਹੀ ਹੈ, ਇਹ ਪੂਰੀ ਇਹਦੀ ਐਲੀਮੈਂਟ ਹੁੰਦੀ ਹੈ, ਤੇ ਇਹਦੇ ਪਿੱਛੋਂ ਦੀ ਡਾਇਰੈਕਟ ਜੋ ਕੇਬਲ ਹੈ ਉਹ ਤੁਹਾਡੇ ਸੌਕਟ 'ਚ ਲੱਗਦੀ ਹੈ 220 ਵੋਲਟ ਤੇ। ਲੇਕਿਨ ਜੋ ਇਹ ਵਾਲਾ ਕਾਵੀਆ ਹੈ
ਇਹਦੇ ਵਿੱਚ ਇੰਨੀ ਕਰੋੜ ਹੈ, ਲੇਕਿਨ ਇਹਦੇ ਪਿੱਛੇ ਇਹਦੇ ਵਿੱਚ ਐਲੀਮੈਂਟ ਹੁੰਦਾ ਹੈ, 2 ਸਟ੍ਰਿਪਸ ਹੁੰਦੀਆਂ ਨੇ ਜੀ ਐਲੀਮੈਂਟ ਦੀਆਂ, ਉਹ ਇਹਦੇ ਵਿੱਚ ਹੁੰਦੀਆਂ, ਫਿਰ ਉਹ ਅੱਗੇ ਕੇਬਲ ਦੇ ਨਾਲ ਕਨੈਕਟਡ ਹੁੰਦਾ। ਤਾਂ ਇਦਾਂ ਦੇ ਦਿਖਦੇ ਨੇ ਕਾਵੀਏ। ਹੁਣ ਅਸੀਂ ਜਾਣਾਂਗੇ ਵੀ ਇਹਦੇ ਨਾਲ ਐਸੈਸਰੀਜ਼ ਕਿਹੜੀਆਂ ਨੇ ਜਾਂ ਫਿਰ ਹੋਰ ਚੀਜ਼ਾਂ ਜੋ ਤੁਹਾਨੂੰ ਚਾਹੀਦੀਆਂ ਨੇ। ਸੋ ਉਹਨਾਂ ਵਾਸਤੇ ਵੀ ਆਪਾਂ ਇਹੀ ਕਰਾਂਗੇ। ਸੋ ਇਹ ਸਭ ਆ ਗਿਆ ਜੀ ਸਾਡਾ ਸਮਾਨ ਜੋ ਸਾਨੂੰ ਸੋਲਡਰਿੰਗ ਕਰਦੇ ਟਾਈਮ ਚਾਹੀਦਾ ਹੁੰਦਾ ਹੈ। ਸੋ ਸਭ ਤੋਂ ਪਹਿਲਾਂ ਸਾਡੀ ਆ ਜਾਂਦੀ ਹੈ ਜੀ ਸੋਲਡਰਿੰਗ ਵਾਇਰ। ਇਹ ਸਭ ਤੋਂ ਜ਼ਰੂਰੀ ਚੀਜ਼ ਹੈ ਜੀ ਸੋਲਡਰਿੰਗ ਕਰਦੇ ਸਮੇਂ, ਤੇ ਇਹ ਬਹੁਤ ਜ਼ਿਆਦਾ ਅਲੱਗ-ਅਲੱਗ ਸਾਈਜ਼ਸ ਦੇ ਵਿੱਚ ਆਉਂਦੀ ਹੈ। ਦੇਖੋ ਮੈਂ ਤੁਹਾਡੇ ਸਾਹਮਣੇ ਇੱਕੋ ਰੋਲ ਤੇ 2 ਸਾਈਜ਼ਸ ਲਪੇਟੇ ਹੋਏ ਤਾਂ ਕਿ ਤੁਸੀਂ ਕੰਪੈਰੀਜ਼ਨ ਕਰ ਸਕੋ। ਇੱਕ ਥੋੜੀ ਮੋਟੀ ਹੈ ਜੀ, ਇੱਕ ਥੋੜੀ ਪਤਲੀ ਹੈ। ਦੂਸਰੇ ਨੰਬਰ ਤੇ ਆਉਂਦੀ ਹੈ ਸਾਡੀ ਸੋਲਡਰਿੰਗ ਪੇਸਟ ਜਾਂ ਫਿਰ ਸੋਲਡਰਿੰਗ ਫਲਕਸ, ਜੋ ਇੱਕ ਕਲੇ ਦੀ ਬਾਲ ਹੈ, ਆਪਸ਼ਨਲ ਹੈ ਜੀ, ਪਰ ਇਹ ਤੁਹਾਨੂੰ ਹੈਲਪ ਕਰੇਗੀ ਜੇ ਤੁਸੀਂ ਕੋਈ ਛੋਟਾ ਪਾਰਟ ਸੋਲਡਰ ਕਰਨਾ ਉਹਨੂੰ ਫੜਨ ਦੇ ਵਿੱਚ। ਫਿਰ ਆਉਂਦਾ ਜੀ ਸਾਡਾ ਵਾਇਰ ਸਟ੍ਰਿਪਰ। ਇਹ ਤੁਹਾਡਾ ਤਾਰਾਂ ਕੱਟਣ ਦੇ ਕੰਮ ਆਉਂਦਾ ਜਾਂ ਫਿਰ ਤਾਰਾਂ ਦੇ ਉੱਪਰੋਂ ਦੀ ਉਹਨਾਂ ਦੀ ਪਲਾਸਟਿਕ ਦੀ ਕੋਟਿੰਗ ਉਤਾਰਨ ਦੇ। ਜੇ ਤੁਸੀਂ ਚਾਹੋ ਤਾਂ ਇਹਦੇ ਬਜਾਏ ਇੱਕ ਨਾਰਮਲ ਕੈਂਚੀ ਦਾ ਇਸਤੇਮਾਲ ਵੀ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਆਪਣੇ ਜੇ ਨੌਂ ਦਾ ਇਸਤੇਮਾਲ ਕਰਨਾ ਚਾਹੁੰਦੇ ਤਾਂ ਉਹ ਵੀ ਕਰ ਸਕਦੇ ਹੋ, ਜੋ ਕਿ ਮੈਂ ਤੁਹਾਨੂੰ ਸਲਾਹ ਨਹੀਂ ਦਊਂਗਾ, ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ। ਫਿਰ ਆਉਂਦਾ ਜੀ ਸਾਡਾ ਡੀਸੋਲਡਰਿੰਗ ਪੰਪ। ਇਹ ਉਸ ਟਾਈਮ ਕੰਮ ਆਉਂਦਾ ਜੀ ਜਦੋਂ ਤੁਸੀਂ ਕੋਈ ਚੀਜ਼ ਨੂੰ ਡੀਸੋਲਡਰ ਕਰਨਾ ਹੋਵੇ। ਤਾਂ ਇਦਾਂ ਇਹ ਲੋਡ ਹੋ ਜਾਂਦਾ ਹੈ ਤੇ ਇਦਾਂ ਇਹ ਖਿੱਚਦਾ ਹੈ ਪਿੱਛੋਂ ਦੀ ਇਸ ਜਗ੍ਹਾ ਤੋਂ ਸਾਡਾ ਟਾਂਕਾ। ਫਿਰ ਤੁਹਾਨੂੰ ਇੱਕ ਸਪੌਂਜ ਚਾਹੀਦਾ ਜੀ। ਇਹਦਾ ਕੀ ਯੂਜ਼ ਹੈ ਇਹ ਮੈਂ ਤੁਹਾਨੂੰ ਅੱਗੇ ਜ਼ਰੂਰ ਦੱਸਾਂਗਾ। ਇਹ ਹੈਗੀ ਜੀ ਡੀਸੋਲਡਰਿੰਗ ਵਿਕ। ਇਹ ਦਰਅਸਲ ਕਾਪਰ ਦੇ ਛੋਟੇ ਪਤਲੀਆਂ ਤਾਰਾਂ ਨੂੰ ਇੱਕਦਮ ਇਹਦਾ ਗੁੱਤ ਦੀ ਤਰ੍ਹਾਂ ਗੁੰਦ ਕੇ ਬਣਾਈ ਹੁੰਦੀ ਹੈ ਜੀ। ਇਹਦਾ ਵੀ ਕੀ ਯੂਜ਼ ਹੈ ਆਪਾਂ ਅੱਗੇ ਡਿਸਕਸ ਕਰਾਂਗੇ। ਫਿਰ ਤੁਹਾਨੂੰ ਚਾਹੀਦੀਆਂ ਨੇ ਚਿਮਟੀਆਂ ਜਾਂ ਫਿਰ ਇਹਨਾਂ ਨੂੰ ਟਵੀਜ਼ਰਸ ਕਹਿੰਦੇ ਨੇ। ਇਹ ਸਾਰੀਆਂ ਬਹੁਤ ਅਲੱਗ-ਅਲੱਗ ਸਾਈਜ਼ਸ ਦੇ ਵਿੱਚ, ਅਲੱਗ-ਅਲੱਗ ਸ਼ੇਪਸ ਦੇ ਵਿੱਚ ਆਉਂਦੀਆਂ ਨੇ, ਲੇਕਿਨ ਸਭ ਤੋਂ ਜ਼ਿਆਦਾ ਬੇਸਿਕ ਤੇ ਜਿਹੜੀ ਸਭ ਤੋਂ ਜ਼ਿਆਦਾ ਤੁਹਾਨੂੰ ਚਾਹੀਦੀ ਹੈ ਕੋਈ ਵੀ ਉਹ ਤੁਸੀਂ ਇਹ ਵਾਲੀ ਯੂਜ਼ ਕਰ ਸਕਦੇ ਹੋ, ਜਿਹੜੀ ਕਿ ਫਲੈਟ ਹੈ, ਜਾਂ ਫਿਰ ਤਿੱਖੀ ਵਾਲੀ ਵੀ ਤੁਸੀਂ ਯੂਜ਼ ਕਰ ਸਕਦੇ ਹੋ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ। ਕਿਉਂਕਿ ਸਾਡਾ ਸੋਲਡਰ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਤਾਂ ਕਰਕੇ ਅਸੀਂ ਇਹ ਟਵੀਜ਼ਰਸ ਦਾ ਇਸਤੇਮਾਲ ਕਰਦੇ ਹਾਂ ਤਾਂ ਕਿ ਸਾਡਾ ਹੱਥ ਨਾ ਸੜੇ, ਤੇ ਜੇ ਅਸੀਂ ਕੋਈ ਪਾਰਟ ਨੂੰ ਫੜਨਾ ਹੈ ਤਾਂ ਫਿਰ ਆਪਾਂ ਉਹ ਇਹਨਾਂ ਦੀ ਮਦਦ ਨਾ ਕਰ ਸਕੀਏ। ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜੇ ਜ਼ਰੂਰੀ ਕੰਪੋਨੈਂਟ ਨੇ ਜਿਨ੍ਹਾਂ ਤੋਂ ਬਿਨਾਂ ਤੁਸੀਂ ਸੋਲਡਰਿੰਗ ਨਹੀਂ ਕਰ ਸਕਦੇ। ਉਹ ਹੈ ਜੀ ਸਾਡਾ ਇਹ ਚੀਜ਼ਾਂ, ਇੱਕ ਸੋਲਡਰਿੰਗ ਵਾਇਰ, ਇੱਕ ਸੋਲਡਰਿੰਗ ਪੇਸਟ ਤੇ ਇੱਕ ਵਾਇਰ ਸਟ੍ਰਿਪਰ ਤੇ ਕੋਈ ਵੀ ਇਦਾਂ ਦੀ ਕਲੇ ਤੇ ਇੱਕ ਕੋਈ ਵੀ ਚਿਮਟੀ ਜਿਹੜੀ ਸਾਨੂੰ ਮਦਦ ਕਰੇਗੀ ਉਸ ਚੀਜ਼ ਨੂੰ ਫੜਨ ਦੇ ਵਿੱਚ। ਇਹ ਸਾਰੇ ਜ਼ਰੂਰੀ ਕੰਪੋਨੈਂਟ ਨੇ ਜੀ ਜੋ ਤੁਹਾਨੂੰ ਚਾਹੀਦੇ ਆ। ਸਭ ਤੋਂ ਜ਼ਿਆਦਾ ਜ਼ਰੂਰੀ ਇਹਨਾਂ ਵਿੱਚੋਂ ਇਹ 2 ਚੀਜ਼ਾਂ, ਇੱਕ ਸੋਲਡਰਿੰਗ ਵਾਇਰ ਤੇ ਇੱਕ ਸੋਲਡਰਿੰਗ ਪੇਸਟ। ਹੁਣ ਕਿਉਂਕਿ ਸਾਡਾ ਸੋਲਡਰ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ ਤਾਂ ਕਰਕੇ ਸਾਨੂੰ ਇੱਕ ਹੋਰ ਚੀਜ਼ ਦੀ ਜ਼ਰੂਰਤ ਹੋਏਗੀ ਜੋ ਹੈ ਆ ਜੀ। ਕੋਈ ਵੀ ਇੱਕ ਪੱਥਰ ਵੈਸੇ ਤੁਸੀਂ ਲੈ ਸਕਦੇ ਹੋ, ਲੇਕਿਨ ਮੇਰੇ ਕੋਲ ਇਹ ਗੋਲ ਪੱਥਰ ਸੀਗਾ ਇਸ ਲਈ ਮੈਂ ਯੂਜ਼ ਕਰ ਰਿਹਾ। ਇਹ ਇਸ ਲਈ ਤਾਂ ਕਿ ਆਪਾਂ ਇਹਦੇ ਉੱਪਰ ਸੋਲਡਰ ਇਦਾਂ ਆਸਾਨੀ ਨਾਲ ਰੱਖ ਸਕੀਏ। ਤੁਸੀਂ ਚਾਹੋ ਤਾਂ ਇੱਕ ਸੋਲਡਰਿੰਗ ਸਟੈਂਡ ਦਾ ਵੀ ਇਸਤੇਮਾਲ ਕਰ ਸਕਦੇ ਹੋ ਜਿਹਦੇ ਵਿੱਚ ਸੋਲਡਰ ਆਰਾਮ ਨਾਲ ਫਸ ਜਾਂਦਾ ਹੈ, ਪਰ ਮੈਂ ਇਸ ਪੱਥਰ ਦਾ ਇਸਤੇਮਾਲ ਇਸ ਲਈ ਕਰ ਰਿਹਾ ਕਿਉਂਕਿ ਇਹ ਖੁਰਦਰਾ ਹੋਣ ਕਾਰਨ ਜੇ ਕਦੀ ਸਾਨੂੰ ਇਹਦੀ ਟਿਪ ਨੂੰ ਘਸਾਣਾ ਪਵੇ ਜਾਂ ਫਿਰ ਸਾਨੂੰ ਇਹਨੂੰ ਕੋਈ ਅਲੱਗ ਸ਼ੇਪ ਦੇਣੀ ਹੋਏ ਟਿਪ ਨੂੰ, ਤਾਂ ਫਿਰ ਆਪਾਂ ਉਹ ਇਦਾਂ ਕਰ ਸਕਦੇ ਹਾਂ। ਜਾਂ ਫਿਰ ਸਾਨੂੰ ਇਹਦੇ ਉੱਤੋਂ ਦੀ ਜੋ ਸੋਲਡਰਿੰਗ ਵਾਇਰ ਲੱਗੀ ਹੋਈ ਹੈ ਜੇ ਆਪਾਂ ਸਾਨੂੰ ਉਹਨੂੰ ਉਤਾਰਨਾ ਹੈ ਆਪਾਂ ਉਹਨੂੰ ਕਰ ਸਕਦੇ ਹਾਂ। ਇਹਦੇ ਨਾਲ ਤੁਸੀਂ ਟਿਪ ਨੂੰ ਸ਼ੇਪ ਦੇ ਸਕਦੇ ਹੋ ਕਿ ਜੇ ਤੁਹਾਨੂੰ ਤਿੱਖੀ ਟਿਪ ਨਹੀਂ ਚਾਹੀਦੀ ਹੈ, ਤੁਹਾਨੂੰ ਉਹਨੂੰ ਬਲੰਟ ਕਰਨਾ, ਤਾਂ ਫਿਰ ਤੁਸੀਂ ਇਹਦੇ ਨਾਲ ਕਰ ਸਕਦੇ ਹੋ। ਜ਼ਿਆਦਾਤਰ ਜੋ ਸੋਲਡਰਿੰਗ ਕੀਤੀ ਜਾਂਦੀ ਹੈ ਜੀ ਉਹ ਇਹ 25 ਵਾਟ ਵਾਲੇ ਨਾਲ ਕੀਤੀ ਜਾਂਦੀ ਹੈ ਤੇ ਡੀਸੋਲਡਰਿੰਗ 35 ਵਾਟ ਵਾਲੇ ਨਾਲ ਕੀਤੀ ਜਾਂਦੀ ਹੈ, ਲੇਕਿਨ ਜ਼ਿਆਦਾਤਰ ਜਗ੍ਹਾ ਤੇ ਯੂਜ਼ 25 ਵਾਟ ਵਾਲਾ ਹੀ ਹੁੰਦਾ ਹੈ। ਤੁਸੀਂ ਚਾਹੋ ਤਾਂ ਇਹਦੇ ਨਾਲ ਵੀ ਸੋਲਡਰਿੰਗ ਕਰ ਸਕਦੇ ਹੋ, ਉਹਦੇ ਵਿੱਚ ਕੋਈ ਬੁਰਾਈ ਨਹੀਂ ਹੈ, ਪਰ ਜ਼ਿਆਦਾਤਰ ਕੇਸਿਸ ਦੇ ਵਿੱਚ ਇਹ ਯੂਜ਼ ਹੁੰਦਾ ਹੈ। ਸੋ ਕਰਦੇ ਹਾਂ ਇਹਦੀ ਸ਼ੁਰੂਆਤ ਜੀ। ਪਹਿਲਾਂ ਇਹਨੂੰ ਆਪਾਂ ਗਰਮ ਹੋਣ ਲਈ ਰੱਖਾਂਗੇ। ਅਸੀਂ ਸਿੰਪਲੀ ਇਹਦਾ ਜਿਹੜਾ ਇੱਕ ਸਵਿਚ ਹੈ ਜੋ ਇੱਕ ਸਾਈਡ ਤੇ ਪਲੱਗ ਹੈ ਉਹਨੂੰ ਆਪਾਂ ਸਵਿਚ ਦੇ ਵਿੱਚ ਲਗਾ ਦਾਂਗੇ ਤੇ ਇਹਨੂੰ ਇਲੈਕਟ੍ਰਿਸਿਟੀ ਔਨ ਕਰ ਦਾਂਗੇ। ਤੇ ਫਿਰ ਹੁਣ ਸਾਨੂੰ ਕਰਨਾ ਵੇਟ ਜਦ ਤੱਕ ਇਹ ਗਰਮ ਨਹੀਂ ਹੋ ਜਾਂਦਾ। ਹੁਣ ਇਸ ਜਗ੍ਹਾ ਤੇ ਕੰਮ ਆਉਂਦਾ ਹੈ ਜੀ ਸਾਡਾ ਸਪੌਂਜ, ਜੋ ਕਿ ਮੈਂ ਤੁਹਾਨੂੰ ਵੀਡੀਓ ਦੇ ਪਹਿਲਾਂ ਦਿਖਾਇਆ ਸੀ। ਆਪਾਂ ਇਹਨੂੰ ਥੋੜਾ ਗਿੱਲਾ ਕਰ ਲਾਂਗੇ ਤੇ ਫਿਰ ਇਸ ਨੂੰ ਕਿਤੇ ਵੀ ਇਸ ਪੱਥਰ ਦੇ ਵਿੱਚ ਤੁਸੀਂ ਲਗਾ ਸਕਦੇ ਹੋ, ਫਿਰ ਇਹਦੇ ਨਾਲ ਰੱਖ ਸਕਦੇ ਹੋ। ਮੇਰੇ ਵਾਲੇ ਪੱਥਰ ਦੇ ਵਿੱਚ ਸੈਂਟਰ ਦੇ ਵਿੱਚ ਛੇਦ ਸੀ ਤਾਂ ਕਰਕੇ ਮੈਂ ਸਪੌਂਜ ਨੂੰ ਗਿੱਲਾ ਕਰਕੇ ਉਹਦੇ ਸੈਂਟਰ ਦੇ ਵਿੱਚ ਰੱਖ ਲਿਆ ਹੈ। ਤੁਸੀਂ ਚਾਹੋ ਤਾਂ ਕਿਤੇ ਵੀ ਉਹਨੂੰ ਆਸੇ-ਪਾਸੇ ਰੱਖ ਸਕਦੇ ਹੋ। ਹੁਣ ਇਹਦਾ ਕੀ ਯੂਜ਼ ਹੈ ਜੀ ਇਹ ਤੁਹਾਨੂੰ ਅੱਗੇ ਪਤਾ ਲੱਗੇਗਾ। ਇਹ ਬਹੁਤ ਹੀ ਜ਼ਿਆਦਾ ਕੰਮ ਦੀ ਚੀਜ਼ ਹੈ। ਹੁਣ ਸਾਡਾ ਸੋਲਡਰ ਗਰਮ ਹੋ ਗਿਆ ਜਾਂ ਨਹੀਂ ਇਹ ਤੁਸੀਂ ਕਦੀ ਵੀ ਚੈੱਕ ਇਹਨੂੰ ਟੱਚ ਕਰਕੇ ਨਹੀਂ ਕਰਨਾ। ਕਦੀ ਵੀ ਇਦਾਂ ਟੱਚ ਕਰਕੇ ਇਹਨੂੰ ਚੈੱਕ ਨਹੀਂ ਕਰਨਾ ਕਿ ਸੋਲਡਰ ਗਰਮ ਹੋਇਆ ਹੈ ਜਾਂ ਨਹੀਂ। ਮੈਂ ਦੇਖਿਆ ਕਈ ਇਹਨੂੰ ਹੱਥ ਅੱਗੇ ਇਦਾਂ ਕਰਕੇ ਟੈਸਟ ਕਰਦੇ ਨੇ ਵੀ ਹੀਟ ਆ ਰਹੀ ਹੈ ਕਿ ਨਹੀਂ, ਉਸ ਤੋਂ ਚੈੱਕ ਕਰਦੇ ਨੇ, ਪਰ ਤੁਸੀਂ ਇਦਾਂ ਦਾ ਰਿਸਕ ਨਾ ਹੀ ਲਿਓ ਤਾਂ ਬੈਟਰ ਹੈ।
ਅਸੀਂ ਜਦੋਂ ਵੀ ਚੈੱਕ ਕਰਨਾ ਹੈ ਕਿ ਸੋਲਡਰ ਗਰਮ ਹੋਇਆ ਹੈ ਜਾਂ ਨਹੀਂ, ਤੁਸੀਂ ਸਿੰਪਲੀ ਹੱਥ ਦੇ ਵਿੱਚ ਇੱਕ ਸੋਲਡਰਿੰਗ ਵਾਇਰ ਲਓ ਤੇ ਇਹਨੂੰ ਦੀ ਟਿਪ ਤੇ ਲਗਾ ਕੇ ਦੇਖੋ। ਜੇ ਤਾਂ ਇਹ ਸੋਲਡਰਿੰਗ ਵਾਇਰ ਬਹੁਤ ਆਸਾਨੀ ਦੇ ਨਾਲ ਮੈਲਟ ਹੋ ਰਹੀ ਹੈ, ਇਹਦਾ ਮਤਲਬ ਪੂਰੀ ਤਰੀਕੇ ਨਾਲ ਗਰਮ ਹੈ। ਇੰਨਾ ਗਰਮ ਕਿ ਉਹ ਇਸ ਮੈਟਲ ਦੀ ਵਾਇਰ ਤੱਕ ਨੂੰ ਪਿਘਲਾ ਸਕਦਾ ਹੈ। ਤਾਂ ਕਰਕੇ ਇਸ ਨੂੰ ਤਾਂ ਆਪਾਂ ਟੱਚ ਨਹੀਂ ਕਰਨਾ, ਇਦਾਂ ਟੈਸਟ ਕਰਨਾ ਹੈ। ਹੁਣ ਸੋਲਡਰਿੰਗ ਕਰਨ ਵਾਸਤੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ, ਸਾਨੂੰ ਜੋ ਪਹਿਲੀ ਚੀਜ਼ ਕਰਨੀ ਹੈ ਉਹ ਕਰਨਾ ਹੈ ਕਿ ਇਹਦੀ ਟਿਪ ਤੇ ਸਾਨੂੰ ਇਸ ਮੈਟਲ ਦੀ ਤਾਰ ਦੇ ਨਾਲ, ਜੋ ਕਿ ਸੋਲਡਰਿੰਗ ਵਾਇਰ ਹੈ, ਇਦਾਂ ਕਰਕੇ ਇੱਕ ਬਲੌਬ ਬਣਾ ਲੈਣਾ ਹੈ ਤਾਂ ਕਿ ਇਹ ਮੈਟਲ ਅੱਗੇ ਇਦਾਂ ਲੱਗ ਜਾਏ। ਹੁਣ ਇਸ ਟਾਈਮ ਇਹ ਸਾਡਾ ਸੋਲਡਰ ਕੋਈ ਵੀ ਜਗ੍ਹਾ ਤੇ ਸੋਲਡਰਿੰਗ ਕਰਨ ਨੂੰ ਜਾਂ ਫਿਰ ਟਾਂਕੇ ਲਗਾਉਣ ਨੂੰ ਰੈਡੀ ਹੈ। ਹੁੰਦਾ ਕੀ ਹੈ, ਦਰਅਸਲ ਜਦੋਂ ਆਪਾਂ ਕਿਸੇ ਵੀ ਚੀਜ਼ ਤੇ ਇਹ ਸੋਲਡਰ ਦੇ ਨਾਲ ਲੱਗੀ ਹੋਈ ਸੋਲਡਰ ਵਾਇਰ ਨੂੰ ਲਗਾਉਂਦੇ ਹਾਂ ਤਾਂ ਮੈਲਟਡ ਸੋਲਡਰ ਵਾਇਰ ਉਸ ਪਾਰਟ ਤੇ ਚਿਪਕ ਜਾਂਦੀ ਹੈ ਤੇ ਬਾਅਦ ਫਿਰ ਤੋਂ ਸੋਲਿਡ ਬਣ ਜਾਂਦੀ ਹੈ ਜਦੋਂ ਠੰਡਾ ਹੋ ਜਾਂਦਾ ਹੈ। ਇਸ ਤਰੀਕੇ ਨਾਲ ਸੋਲਡਰਿੰਗ ਹੁੰਦੀ ਹੈ। ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮੋਟਰ ਦੇ ਉੱਤੇ ਸੋਲਡਰਿੰਗ ਕਰਕੇ ਦਿਖਾਵਾਂਗਾ। ਤੇ ਹੁਣ ਜਿਵੇਂ ਕਿ ਤੁਸੀਂ ਜੇ ਬਾਈ ਚਾਂਸ ਸੋਲਡਰਿੰਗ ਹਲੇ ਨਹੀਂ ਕਰ ਰਹੇ ਹੋ ਤਾਂ ਹੁਣ ਤੁਹਾਡੇ ਇੱਥੇ ਸੋਲਡਰਿੰਗ ਤੇ ਸੋਲਡਰ ਟਿਪ ਦੇ ਅੱਗੇ ਇਹਦਾ ਸੋਲਡਰਿੰਗ ਵਾਇਰ ਲੱਗੀ ਪਈ ਹੈ ਮੈਲਟਡ ਸਟੇਟ ਦੇ ਵਿੱਚ, ਤਾਂ ਤੁਸੀਂ ਇਹ ਗਿੱਲੇ ਸਪੰਜ ਦੇ ਨਾਲ ਇਸ ਤਰੀਕੇ ਨਾਲ ਇਹਨੂੰ ਸਾਫ਼ ਕਰ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਹੋ ਗਈ ਮੇਰੀ ਟਿਪ, ਬਿਲਕੁਲ ਹੀ ਸਾਫ਼ ਤੇ ਬਿਲਕੁਲ ਫਰੈਸ਼ ਹੈ ਹੁਣ ਜੀ ਯੂਜ਼ ਕਰਨ ਲਈ। ਸੋ ਇਸ ਮੋਟਰ ਤੇ ਅੱਜ ਆਪਾਂ ਜੀ ਟਾਂਕੇ ਲਗਾਵਾਂਗੇ, ਸੋਲਡਰਿੰਗ ਕਰਾਂਗੇ। ਇਹਦੇ ਆਪਾਂ 2 ਵਾਇਰਸ ਕਨੈਕਟ ਕਰਾਂਗੇ ਤੇ ਫਿਰ ਆਪਾਂ ਇਹਨੂੰ ਚਲਾ ਕੇ ਦੇਖਾਂਗੇ। ਸੋ ਇਸ ਮੋਟਰ ਤੇ ਵਾਇਰਿੰਗ ਕਰਨ ਲਈ ਮੈਂ ਰੇਨਬੋ ਵਾਇਰ ਲੈ ਰਿਹਾ ਹਾਂ ਤੇ ਇਹਦੇ ਵਿੱਚ ਮੈਂ ਕੋਈ ਵੀ 2 ਕਲਰ ਦੀ ਵਾਇਰਸ ਨੂੰ ਸੈਪਰੇਟ ਕਰ ਲਾਂਗਾ। ਇਹ ਦੇਖੋ ਤੁਸੀਂ, ਮੈਂ ਇਹ ਬ੍ਰਾਊਨ ਐਂਡ ਬਲੈਕ ਲਈ ਹੈ ਤੇ ਇਹਨੂੰ ਆਪਾਂ ਹੁਣ ਕੱਟਾਂਗੇ ਇੱਕ ਵਾਇਰ ਕਟਰ ਐਂਡ ਸਟ੍ਰਿਪਰ ਦੀ ਮਦਦ ਦੇ ਨਾਲ। ਇਸ ਤਰੀਕੇ ਨਾਲ ਦੇਖ ਸਕਦੇ ਹੋ ਤੁਸੀਂ, ਇਹ ਆਸਾਨੀ ਨਾਲ ਕੱਟ ਹੋ ਜਾਂਦਾ ਹੈ। ਹੁਣ ਇਸ ਵਾਇਰ ਨੂੰ ਅਸੀਂ ਇਹ ਮੋਟਰ ਤੇ ਸੋਲਡਰ ਕਰਾਂਗੇ। ਉਸ ਤੋਂ ਪਹਿਲਾਂ ਇਸ ਵਾਇਰ ਨੂੰ ਸੈਂਟਰ 'ਚ ਸਪਲਿਟ ਕਰਕੇ 2 ਭਾਗਾਂ ਦੇ ਵਿੱਚ ਡਿਵਾਈਡ ਕਰਕੇ ਇਸੇ ਵਾਇਰ ਸਟ੍ਰਿਪਰ ਦੀ ਮਦਦ ਦੇ ਨਾਲ ਅਸੀਂ ਛੋਟੇ-ਛੋਟੇ ਇਹਦੀ ਵਾਇਰ ਦੀਆਂ ਐਂਡ ਵਾਲੀਆਂ ਨੋਡਸ ਨੂੰ ਬਾਹਰ ਕੱਢ ਲਾਂਗੇ। ਤੁਸੀਂ ਦੇਖ ਸਕਦੇ ਹੋ ਜੀ। ਹੁਣ ਇਸ ਤੋਂ ਬਾਅਦ ਸਾਨੂੰ ਜ਼ਰੂਰਤ ਹੈ ਆਪਣੀ ਸੋਲਡਰਿੰਗ ਪੇਸਟ ਦੀ। ਹੁਣ ਸੋਲਡਰਿੰਗ ਪੇਸਟ ਆ ਰਹੀ ਜੀ ਤੇ ਸਾਡੀ ਇਹ ਵਾਇਰ ਆ ਰਹੀ। ਉਸ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਹੱਥ ਦੇ ਨਾਲ ਇਸ ਦੀ ਵਾਇਰਸ ਨੂੰ ਇਹਦਾ ਟਵਿਸਟ ਕਰ ਲਾਂਗੇ ਜਾਂ ਮਰੋੜ ਲਾਂਗੇ। ਉਹ ਇਸ ਲਈ ਤਾਂ ਕਿ ਇਹਦੇ ਜਿਹੜੇ ਵਾਇਰਸ ਨੇ ਜਾਂ ਫਿਰ ਬਾਲ ਨੇ, ਛੋਟੇ-ਛੋਟੇ ਜਿਹੀ ਜਿਹੜੀ ਪਤਲੀਆਂ-ਪਤਲੀਆਂ ਵਾਇਰਸ ਨੇ, ਉਹ ਆਪਸ ਦੇ ਵਿੱਚ ਜੁੜ ਜਾਣ ਤੇ ਖਿਲਰਨ ਨਾ। ਇੰਨਾ ਕਰਨ ਤੋਂ ਬਾਅਦ ਇਹ ਸੋਲਡਰਿੰਗ ਪੇਸਟ ਹੈ ਜੀ, ਇਹਦੇ ਵਿੱਚ ਤੁਸੀਂ ਇਹਨਾਂ ਨੂੰ ਮਾੜਾ ਕੁ ਡਿਪ ਕਰਨਾ ਹੈ। ਜ਼ਿਆਦਾ ਇਸ ਤੇ ਸੋਲਡਰ ਲਗਾਉਣ ਦੀ ਜ਼ਰੂਰਤ ਨਹੀਂ ਹੈ, ਸੋਲਡਰਿੰਗ ਪੇਸਟ ਲਗਾਉਣ ਦੀ ਜ਼ਰੂਰਤ ਨਹੀਂ ਹੈ। ਤਾਂ ਕਰਕੇ ਅਸੀਂ ਇਹਨਾਂ ਨੂੰ ਮਾੜਾ ਕਿਦਾਂ ਡਿਪ ਕਰਾਂਗੇ। ਇਸ ਦੇ ਨਾਲ ਸਾਡੇ ਸੋਲਡਰ ਤੇ ਟਾਂਕੇ ਦੀ ਪਕੜ ਜੋ ਹੈ ਮਜ਼ਬੂਤ ਹੋ ਜਾਂਦੀ ਹੈ। ਹੁਣ ਅਸੀਂ ਫੇਰ ਆਪਣੀ ਮੈਂ ਪਤਲੀ ਵਾਲੀ ਸੋਲਡਰਿੰਗ ਵਾਇਰ ਲੈ ਰਿਹਾ ਹਾਂ। ਇਹ ਸਾਡਾ ਸੋਲਡਰ ਹੈ। ਪਹਿਲਾਂ ਮੈਂ ਇਹਦੇ ਨਾਲ ਥੋੜਾ ਜਿਹਾ ਇਸ ਤੇ ਸੋਲਡਰ ਦੀ ਟਿਪ ਤੇ ਲਗਾ ਲਾਂਗਾ ਸੋਲਡਰਿੰਗ ਵਾਇਰ ਨੂੰ। ਫਿਰ ਮੈਂ ਜਿੱਦਾਂ ਹੀ ਇਸ ਵਾਇਰ ਦੇ ਉੱਤੇ ਇਸ ਨੂੰ ਰੱਖਾਂਗਾ ਤਾਂ ਸੋਲਡਰਿੰਗ ਪੇਸਟ ਦੇ ਕਾਰਨ ਇਹ ਇਸ ਦੇ ਨਾਲ ਚਿਪਕ ਜਾਏਗੀ। ਤੁਸੀਂ ਦੇਖ ਸਕਦੇ ਹੋ। ਤਾਂ ਸਾਡੀ ਸੋਲਡਰਿੰਗ ਜਿਹੜੀ ਹੁਣੇ ਵਾਇਰ ਸੀਗੀ, ਇਹ ਵਾਇਰ ਤੇ ਸੋਲਡਰ ਹੋ ਚੁੱਕਿਆ ਹੈ, ਲੱਗ ਚੁੱਕਿਆ ਹੈ। ਇਸ ਚੀਜ਼ ਨੂੰ ਕਰਨ ਨੂੰ ਕਹਿੰਦੇ ਨੇ ਟਿਲਿੰਗ ਆਫ ਵਾਇਰ ਐਂਡਸ। ਹੁਣ ਇਸ ਤੋਂ ਬਾਅਦ ਜਿਸ ਜਗ੍ਹਾ ਤੇ ਅਸੀਂ ਲਗਾਉਣਾ ਹੈ, ਅਸੀਂ ਉਸ ਜਗ੍ਹਾ ਦੀ ਵੀ ਇਦਾਂ ਹੀ ਟਿਲਿੰਗ ਕਰਾਂਗੇ। ਪਹਿਲਾਂ ਉਸ ਨੂੰ ਥੋੜਾ ਜਿਹਾ ਪੇਸ ਦੇ ਵਿੱਚ ਇਦਾਂ ਰੱਖਾਂਗੇ, ਥੋੜਾ ਜਿਹਾ। ਫਿਰ ਇਸ ਤੇ ਥੋੜਾ ਜਿਹਾ ਇਦਾਂ ਟਾਂਕਾ ਲੈ ਕੇ ਜਾਂ ਫਿਰ ਇਹ ਸੋਲਡਰਿੰਗ ਵਾਇਰ ਲੈ ਕੇ ਅਸੀਂ ਇਹਦੇ ਐਂਡਸ ਤੇ ਵੀ ਇਦਾਂ ਕਰਾਂਗੇ। ਮੇਰੇ ਇੱਥੇ ਪਹਿਲਾਂ ਹੀ ਸੋਲਡਰਿੰਗ ਮੈਂ ਕੀਤੀ ਹੋਈ ਸੀ, ਤਾਂ ਕਰਕੇ ਉਹ ਜ਼ਿਆਦਾ ਮਟੀਰੀਅਲ ਹੋਣ ਕਾਰਨ ਮਟੀਰੀਅਲ ਥੱਲੇ ਡਿੱਗ ਗਿਆ। ਸੋ ਇਸ ਤੋਂ ਵੀ ਸਾਨੂੰ ਇਹ ਪਤਾ ਲੱਗਦਾ ਹੈ ਕਦੀ ਵੀ ਤੁਸੀਂ ਸੋਲਡਰਿੰਗ ਕਰਨੀ ਹੈ ਤਾਂ ਤੁਹਾਡੇ ਥੱਲੇ ਵਾਲੀ ਜਗ੍ਹਾ ਖਾਲੀ ਹੋਣੀ ਚਾਹੀਦੀ ਹੈ। ਇਦਾਂ ਨਹੀਂ ਹੈ ਕਿ ਤੁਸੀਂ ਆਪਣੇ ਹੱਥ ਨੂੰ ਇਦਾਂ ਲੈ ਕੇ ਉਹਦੇ ਤੇ ਕਰੋ, ਨਹੀਂ ਤਾਂ ਜੇ ਕੁਝ ਵੀ ਇਦਾਂ ਗਰਮ ਗਿਰਦਾ ਲਿਕੁਇਡ ਤਾਂ ਤੁਹਾਡੇ ਹੱਥ ਤੇ ਗਿਰੇਗਾ। ਸੋ ਇਸੇ ਕਰਕੇ ਆਪਾਂ ਦੂਰ ਰੱਖ ਕੇ ਇਹਨੂੰ ਕਰਨਾ ਹੈ, ਹਵਾ ਦੇ ਵਿੱਚ ਇਦਾਂ। ਤੇ ਜੇ ਕੋਈ ਵੀ ਐਕਸੈਸ ਕਿਸੇ ਜਗ੍ਹਾ ਤੇ ਸੋਲਡਰਿੰਗ ਪੇਸਟ ਲੱਗੀ ਹੈ ਤਾਂ ਉਹਨੂੰ ਇਦਾਂ ਝਾੜ ਕੇ ਥੱਲੇ ਕਰ ਦੇਣਾ ਹੈ। ਹੁਣ ਇਦਾਂ ਹੀ ਮੈਂ ਇਹਦੇ ਟਰਮੀਨਲ ਸਾਫ਼ ਕਰ ਲਿਆ ਜੀ। ਤੇ ਜਦੋਂ ਇਹ ਲਿਕੁਇਡ ਠੰਡਾ ਹੋ ਜਾਏਗਾ, ਤੁਸੀਂ ਦੇਖ ਸਕਦੇ ਹੋ ਇਹ ਸਾਡੇ ਦੁਬਾਰਾ ਕੰਮ ਆਉਣ ਦੇ ਵੀ ਯੂਜ਼ ਦੇ ਵਿੱਚ ਹੈ।
ਸੋ ਜੇ ਤੁਸੀਂ ਚਾਹੋ ਤਾਂ ਇਸ ਨੂੰ ਸਾਂਭ ਕੇ ਰੱਖ ਸਕਦੇ ਹੋ ਆਪਣੇ ਇਸ ਪੱਥਰ ਦੇ ਉੱਤੇ, ਜਿੱਥੇ ਤੁਸੀਂ ਹਰ ਵਾਰੀ ਸੋਲਡਰਿੰਗ ਕਰਨੀ ਹੈ। ਤੇ ਜੇ ਕਦੀ ਬਾਈ ਚਾਂਸ ਤੁਹਾਡੇ ਕੋਲ ਵਾਇਰ ਨਾ ਹੋਏ, ਇੱਥੋਂ ਦੀ ਤੁਸੀਂ ਯੂਜ਼ ਕਰਕੇ ਦੁਬਾਰਾ ਉਸ ਮਟੀਰੀਅਲ ਨੂੰ ਰੀਯੂਜ਼ ਕਰ ਸਕਦੇ ਹੋ। ਸੋ ਹੁਣ ਅਸੀਂ ਇਸ ਵਾਇਰ ਨੂੰ ਇਸ ਮੋਟਰ ਦੇ ਨਾਲ ਲਗਾਉਣਾ ਹੈ। ਸੋ ਉਸ ਦੇ ਲਈ ਪਹਿਲਾਂ ਫਿਰ ਤੋਂ ਅਸੀਂ ਇਹਨੂੰ ਥੋੜਾ ਜਿਹਾ ਸੋਲਡਰਿੰਗ ਪੇਸਟ ਦੇ ਵਿੱਚ ਜਾਂ ਫਿਰ ਫਲਕਸ ਦੇ ਵਿੱਚ ਡਿਪ ਕਰਾਂਗੇ। ਤੇ ਫਿਰ ਹੁਣ ਸਾਡਾ ਆਏਗਾ ਉਰੇ ਕਲੇ ਬਲੌਕ ਦਾ ਕੰਮ। ਜਿਹੜੀ ਆਪਾਂ ਥੋੜੀ ਜਿਹੀ ਕਲੇ ਲਿੱਤੀ ਸੀ, ਉਹਦੇ ਵਿੱਚ ਤੁਸੀਂ ਕਿਸੇ ਵੀ ਥਾਂ ਤੇ ਇਦਾਂ ਕਰਕੇ ਇਸ ਮੋਟਰ ਨੂੰ ਇਦਾਂ ਲਗਾਤਾ ਜਿੱਦਾਂ ਮੈਂ। ਤੇ ਫਿਰ ਅਸੀਂ ਇਦਾਂ ਲਵਾਂਗੇ ਆਪਣੀ ਸੋਲਡਰ ਨੂੰ ਜਾਂ ਫਿਰ ਕਾਵੀਏ ਨੂੰ ਸੋਲਡਰਿੰਗ ਵਾਇਰ ਤੇ ਇਦਾਂ ਰੱਖਾਂਗੇ। ਤੇ ਫਿਰ ਇਹ ਵਾਇਰਸ ਨੂੰ ਆਪਣੀ ਲੋਕੇਸ਼ਨ ਤੇ ਇਦਾਂ ਟੱਚ ਕਰਾਂਗੇ। ਹੁਣ ਆਪਣੇ ਟਾਰਗੇਟ ਪੁਆਇੰਟ ਨੂੰ ਤੇ ਆਪਣੀ ਵਾਇਰ ਨੂੰ ਜਦੋਂ ਇੱਕ ਜਗ੍ਹਾ ਤੇ ਰੱਖ ਲਿਆ, ਫਿਰ ਅਸੀਂ ਇਹ ਸੋਲਡਰ ਨੂੰ ਸਿਰਫ ਉਹਨਾਂ ਦਾ ਟੱਚ ਕਰਨਾ ਹੈ ਤੇ ਇਦਾਂ ਛੱਡ ਦੇਣਾ ਹੈ। ਫਿਰ 2 ਸਕਿੰਟ ਵੇਟ ਕਰਨੀ ਹੈ। ਤੁਸੀਂ ਦੇਖ ਸਕਦੇ ਹੋ ਬਿਲਕੁਲ ਪੱਕੀ ਤਰੀਕੇ ਨਾਲ ਉਰੇ ਸੋਲਡਰਿੰਗ ਹੋ ਚੁੱਕੀ ਹੈ। ਇਦਾਂ ਹੀ ਅਸੀਂ ਦੂਸਰੇ ਪਾਸੇ ਕਰਨਾ ਹੈ। ਪਹਿਲਾਂ ਅਸੀਂ ਉਹਨਾਂ ਨੂੰ ਟੱਚ ਕਰ ਲੈਣਾ ਹੈ। ਜਦੋਂ ਸਾਨੂੰ ਚੰਗੀ ਤਰ੍ਹਾਂ ਸੈਟੀਸਫੈਕਸ਼ਨ ਹੋ ਜਾਏ ਕਿ ਹਾਂਜੀ ਇਦਾਂ ਹੀ ਹੈ, ਫਿਰ ਆਪਾਂ ਥੋੜਾ ਜਿਹਾ ਵਾਇਰ ਲੈਣੀ ਹੈ ਤੇ ਫਿਰ ਬਸ ਇਹਨਾਂ ਨੂੰ ਇਦਾਂ ਟੱਚ ਕਰਨਾ ਉਰੇ, ਇਦਾਂ ਛੱਡ ਦੇਣਾ ਹੈ। ਫਿਰ ਵੇਟ ਕਰਨੀ ਹੈ। ਤੁਸੀਂ ਦੇਖ ਸਕਦੇ ਹੋ ਬੜੀ ਖੂਬਸੂਰਤੀ ਦੇ ਨਾਲ ਸਾਡੇ ਦੋਹੇ ਟਾਂਕੇ ਉਰੇ ਲੱਗ ਚੁੱਕੇ ਨੇ। ਹੁਣ ਇਹਦਾ ਬੈਨੀਫਿਟ ਇਹ ਹੈ ਕਿ ਜੇ ਮੈਂ ਦੇਖੋ ਮੋਟਰ ਨੂੰ ਇਦਾਂ ਹਿਲਾਵਾਂ, ਫਿਰ ਇਦਾਂ ਕਿਸੇ ਵੀ ਤਰੀਕੇ ਦੇ ਨਾਲ ਹੁਣ ਇਹ ਵਾਇਰ ਇਸ ਤੋਂ ਅਲੱਗ ਨਹੀਂ ਹੋ ਸਕਦੀ, ਕਿਉਂਕਿ ਇੱਕ ਮੈਟਲ ਦਾ ਜੁਆਇੰਟ ਬਣ ਗਿਆ ਹੈ ਜੋ ਕਿ ਇਦਾਂ ਹੈ ਕਿ ਜਿੱਦਾਂ ਵੈਲਡਿੰਗ ਕੀਤੀ ਹੁੰਦੀ ਹੈ। ਵੈਲਡਿੰਗ ਦਾ ਹੀ ਛੋਟਾ ਰੂਪ ਇਹ ਸੋਲਡਰਿੰਗ ਹੈ। ਸੋ ਇਹ ਸੀਗਾ ਜੀ ਮੋਟਰ ਤੇ ਸੋਲਡਰਿੰਗ ਕਰਨਾ। ਹੁਣ ਆਪਾਂ ਇਸ ਤੋਂ ਅਗਲੇ ਸਟੈਪ ਤੇ ਵਧਦੇ ਹਾਂ। ਹੁਣ ਬਹੁਤ ਸਾਰੇ ਟਾਈਮ ਰੋਬੋਟਿਕਸ ਦੇ ਵਿੱਚ ਜਾਂ ਫਿਰ ਕੋਈ ਪ੍ਰੋਜੈਕਟ ਬਣਾਉਂਦੇ ਸਮੇਂ ਕੀ ਹੁੰਦਾ ਹੈ ਕਿ ਤੁਹਾਡੇ ਕੋਲ 2 ਤਾਰਾਂ ਹੁੰਦੀਆਂ ਹੈ ਜੋ ਅਲੱਗ-ਅਲੱਗ ਪੁਆਇੰਟਸ ਤੋਂ ਆ ਰਹੀਆਂ ਨੇ, ਤੇ ਤੁਸੀਂ ਦੋਹਾਂ ਨੂੰ ਇਕੱਠੇ ਦਾ ਜੁਆਇਨ ਕਰਨਾ ਹੁੰਦਾ ਹੈ। ਤਾਂ ਜ਼ਿਆਦਾਤਰ ਲੋਕ ਕੀ ਕਰਦੇ ਨੇ, ਇਹਨਾਂ ਦੇ ਪਲਾਸਟਿਕ ਦੇ ਕਵਰ ਉਤਾਰ ਕੇ ਸਿੰਪਲ ਉਹਨਾਂ ਨੂੰ ਇਦਾਂ ਟਵਿਸਟ ਕਰ ਦਿੰਦੇ ਨੇ ਜਾਂ ਫਿਰ ਮਰੋੜੀ ਦੇ ਦਿੰਦੇ ਨੇ। ਲੇਕਿਨ ਇਹਦੇ ਨਾਲ ਕੀ ਹੁੰਦਾ ਹੈ ਕਿ ਜੇ ਉਸ ਤੇ ਖਿੱਚ ਵੱਜੇ ਤਾਂ ਆਸਾਨੀ ਦੇ ਨਾਲ ਦੋਨੋਂ ਆਪਸ ਦੇ ਵਿੱਚੋਂ ਦੀ ਅਲੱਗ ਹੋ ਸਕਦੀਆਂ ਨੇ। ਉਸ ਦੇ ਬਜਾਏ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਇਸ ਦੇ ਵਾਇਰ ਦੇ ਐਂਡ ਪਹਿਲਾਂ ਥੋੜੇ ਇਦਾਂ ਸਟ੍ਰਿਪ ਕਰ ਲਓ। ਸਟ੍ਰਿਪ ਕਰਨ ਤੋਂ ਬਾਅਦ ਕੱਲੀ ਵਾਇਰ ਨੂੰ ਪਹਿਲਾਂ ਆਪਸ ਦੇ ਵਿੱਚ ਟਵਿਸਟ ਕਰ ਲਓ। ਹੁਣ ਅਸੀਂ ਇਹ ਵਾਇਰ ਨੂੰ ਕੱਲਾ ਟਵਿਸਟ ਕਰਨ ਤੋਂ ਬਾਅਦ ਇੱਕ ਵਾਰੀ ਸੋਲਡਰਿੰਗ ਫਲਕਸ ਦੇ ਵਿੱਚ ਇਹਦਾ ਡਿਪ ਕਰਾਂਗੇ ਤੇ ਫਿਰ ਇਹਦੀ ਟਿਲਿੰਗ ਕਰਾਂਗੇ। ਜਿਵੇਂ ਕਿ ਮੈਂ ਤੁਹਾਨੂੰ ਦੱਸੀ ਸੀ, ਥੋੜੀ ਜਿਹੀ ਸੋਲਡਰਿੰਗ ਵਾਇਰ ਲੈ ਕੇ ਵਾਇਰਸ ਦੇ ਉੱਪਰ ਅਸੀਂ ਇਦਾਂ ਕਰਨਾ ਹੈ। ਇਹਦੇ ਨਾਲ ਉਹਨਾਂ ਦੀ ਟਿਲਿੰਗ ਹੋ ਜਾਏਗੀ। ਮਤਲਬ ਕਿ ਹੁਣ ਜਿੰਨੇ ਵੀ ਵਾਇਰ ਕੱਲੀ ਸੀਗੀ ਉਹ ਸਾਰੀਆਂ ਆਪਸ ਦੇ ਵਿੱਚ ਜੁੜ ਜਾਣਗੀਆਂ। ਇਸ ਤੋਂ ਬਾਅਦ ਹੁਣ ਤੁਸੀਂ ਇਹਨਾਂ ਨੂੰ ਆਪਸ ਦੇ ਵਿੱਚ ਟਵਿਸਟ ਕਰ ਸਕਦੇ ਹੋ। ਤੇ ਇੱਕ ਵਾਰੀ ਫੇਰ ਡਿਪ ਕਰਨ ਤੋਂ ਬਾਅਦ ਜੇ ਹੁਣ ਤੁਸੀਂ ਇਹਦੇ ਤੇ ਇਹਦਾ ਸੋਲਡਰਿੰਗ ਕਰ ਦੋ ਤੇ ਹੁਣ ਇਹ ਸੁੱਕਣ ਤੋਂ ਬਾਅਦ ਇਹ ਇੰਨੀ ਜ਼ਿਆਦਾ ਮਜ਼ਬੂਤ ਹੋ ਜਾਏਗੀ, ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਇੱਕ ਹੀ ਤਾਰ ਹੋਵੇ। ਦੇਖੋ ਮੈਂ ਕਿੰਨੇ ਜ਼ਿਆਦਾ ਜ਼ੋਰ ਨਾਲ ਇਹਨੂੰ ਖਿੱਚ ਰਿਹਾ। ਤਾਂ ਇਹ ਹੈ ਜੀ ਸੋਲਡਰਿੰਗ ਦੀ ਪਾਵਰ। ਇਸ ਤਰੀਕੇ ਨਾਲ ਜੇ ਤੁਸੀਂ ਸੋਲਡਰ ਕਰੋਗੇ ਵਾਇਰਸ ਤਾਂ ਫਿਰ ਉਹਨਾਂ ਦੇ ਖੁੱਲਣ ਦੇ ਚਾਂਸ ਬਿਲਕੁਲ ਹੀ ਜ਼ੀਰੋ ਹੋ ਜਾਂਦੇ ਆ। ਹੁਣ ਸ਼ਾਰਟ ਸਰਕਟ ਨਾ ਹੋਵੇ ਇਸ ਲਈ ਤੁਸੀਂ ਇਸ ਤੇ ਜਾਂ ਫਿਰ ਬਲੈਕ ਟੇਪ ਚੜਾ ਸਕਦੇ ਹੋ ਜਾਂ ਫਿਰ ਇੱਕ ਹੀਟ ਸ਼ਰਿੰਕ ਟਿਊਬ ਆਉਂਦੀ ਹੈ, ਉਹਨੂੰ ਇਹਦੇ ਵਿੱਚ ਇਦਾਂ ਪਰੋ ਕੇ ਥੱਲੇ ਕਿਸੇ ਲਾਈਟਰ ਦੇ ਨਾਲ ਜਾਂ ਫਿਰ ਕਿਸੇ ਵੀ ਤਰੀਕੇ ਨਾਲ ਹੀਟ ਦੇ ਨਾਲ ਜਾਂ ਫਿਰ ਇਹ ਸੋਲਡਰ ਦੀ ਹੀਟ ਦੇ ਨਾਲ ਵੀ ਜੇ ਤੁਸੀਂ ਇਹਨੂੰ ਟ੍ਰੀਟ ਕਰੋਗੇ ਤਾਂ ਫਿਰ ਉਹ ਇੱਕਦਮ ਵਾਇਰ ਦੀ ਤਰ੍ਹਾਂ ਬਣ ਜਾਏਗੀ ਤੇ ਪਲਾਸਟਿਕ ਦੀ ਕੋਟਿੰਗ ਹੋ ਜਾਏਗੀ। ਹੁਣ ਜਿਵੇਂ ਕਿ ਮੈਂ ਦੱਸਿਆ ਸੀ ਕਿ ਅਸੀਂ ਹੁਣ ਇਹ ਪੀਸੀਬੀ ਕਿੱਦਾਂ ਬਣਾਈ ਦੀ ਹੈ, ਜਿੱਦਾਂ ਕਿ ਮੈਂ ਇਹ ਬਣਾਈ ਵੀ ਸੀ, ਇਹਦੇ ਬਾਰੇ ਵੀ ਦੱਸਾਂਗੇ। ਉਹਦੇ ਵਾਸਤੇ ਮੈਂ ਇੱਕ ਸੈਂਪਲ ਦੇ ਤੌਰ ਤੇ ਇਹ ਛੋਟੀ ਪੀਸੀਬੀ ਲਈ ਪਈ ਹੈ ਤਾਂ ਕਿ ਤੁਸੀਂ ਇਹਦੇ ਤੇ ਆਸਾਨੀ ਨਾਲ ਦੇਖ ਵੀ ਸਕੋ ਤੇ ਇਸ ਤੇ ਆਪਾਂ ਚੀਜ਼ਾਂ ਲਗਾ ਕੇ ਵੀ ਦਿਖਾ ਸਕੀਏ। ਸੋ ਪਹਿਲੀ ਚੀਜ਼ ਜੋ ਨੋਟ ਕਰਨ ਵਾਲੀ ਹੈ ਕਿ ਜਿਸ ਸਾਈਡ ਤੇ ਕਾਪਰ ਹੁੰਦਾ ਹੈ ਉਹ ਸਾਈਡ ਐਕਚੁਅਲੀ ਥੱਲੇ ਹੁੰਦੀ ਹੈ, ਜਿਸ ਤੇ ਕੁਝ ਵੀ ਨਹੀਂ ਉਹ ਉੱਪਰ ਹੋਏਗੀ, ਜਿਸ ਤੇ ਕੰਪੋਨੈਂਟ ਸਾਡੇ ਰੈਸਟ ਕਰਨਗੇ। ਜਿੱਦਾਂ ਮੈਂ ਇਹ ਬਣਾਈ ਹੈ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਪਲੇਨ ਵਾਲਾ ਪਾਸਾ ਉੱਪਰ ਹੈ ਜਿਸ ਤੇ ਕੰਪੋਨੈਂਟਸ ਲਗਾਏ ਪਏ ਨੇ ਤੇ ਪੀਸੀਬੀ ਸਾਰੀ ਕਾਪਰ ਡਾਟਸ ਤੇ ਬਣੀ ਪਈ ਹੈ ਜੋ ਕਿ ਥੱਲੇ ਨੇ। ਸੋ ਇਸ ਕਰਕੇ ਪਲੇਨ ਵਾਲਾ ਪਾਸਾ ਉੱਪਰ ਲੈ ਕੇ ਜਿਵੇਂ ਕਿ ਮੈਂ ਇੱਕ ਰੈਜ਼ਿਸਟਰ ਲਿਆ ਪਿਆ
ਜੇ ਤੁਸੀਂ ਇਹ ਰਜਿਸਟਰ ਦੀ ਕਲਰ ਕੋਡਿੰਗ ਵੀ ਜਾਣਨਾ ਚਾਹੁੰਦੇ ਹੋ ਤਾਂ ਫਿਰ ਬਣੇ ਰਹੋ ਟੈਕਨੋ ਪੰਜਾਬ ਦੇ ਨਾਲ। ਆਪਾਂ ਅੱਗੇ ਤੁਹਾਨੂੰ ਵੀਡੀਓਜ਼ ਵਿੱਚ ਉਹ ਵੀ ਦਿਖਾਵਾਂਗੇ। ਸਭ ਤੋਂ ਪਹਿਲਾਂ ਅਸੀਂ ਇਸ ਦੀ ਵਾਇਰਸ ਨੂੰ ਇਸ ਤਰੀਕੇ ਨਾਲ ਮੋੜ ਲਾਂਗੇ ਤੇ ਫਿਰ PCB ਦੇ ਇਦਾਂ ਲਗਾ ਦਾਂਗੇ। ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਕੋਲ ਥੱਲੇ ਇਹਦੀਆਂ ਲੈਗਸ ਇਦਾਂ ਬਾਹਰ ਆ ਚੁੱਕੀਆਂ ਨੇ। ਹੁਣ ਤੁਸੀਂ ਆਪਣੀ ਕਿਸੇ ਟਵੀਜ਼ਰ ਦੀ ਮਦਦ ਦੇ ਨਾਲ ਜਾਂ ਫਿਰ ਕੋਈ ਵੀ ਹੋਰ ਚੀਜ਼ ਦੀ ਮਦਦ ਦੇ ਨਾਲ ਥੋੜੀ ਜਿਹੀ ਸੋਲਡਰਿੰਗ ਫਲਕਸ ਲੈ ਕੇ ਇਹਨਾਂ ਦੇ ਬੇਸ ਤੇ ਲਗਾਣੀ ਹੈ ਇਸ ਤਰੀਕੇ ਦੇ ਨਾਲ। ਉਮੀਦ ਕਰਦਾ ਤੁਹਾਨੂੰ ਦਿਖ ਰਿਹਾ ਹੋਵੇਗਾ। ਤੇ ਇਸ ਤੋਂ ਬਾਅਦ ਅਸੀਂ ਫਿਰ ਉਹੀ ਥੋੜੀ ਜਿਹੀ ਸੋਲਡਰਿੰਗ ਵਾਇਰ ਲੈ ਕੇ ਤੇ ਇਸ ਤਰੀਕੇ ਦੇ ਨਾਲ ਬਸ ਇਹਨਾਂ ਨੂੰ ਟੱਚ ਕਰਨਾ ਹੈ ਤੇ ਆਪਣੇ ਆਪ ਹੀ ਉਸ ਜਗ੍ਹਾ ਤੇ ਐਂਡ ਪ੍ਰੋਪਰ ਸੋਲਡਰਿੰਗ ਹੋ ਜਾਏਗੀ। ਕੁਝ ਬੰਦੇ ਇਸ ਤਰੀਕੇ ਦੇ ਨਾਲ ਵੀ ਕਰਦੇ ਨੇ ਕਿ ਉਹ ਆਪਣੀ PCB ਨੂੰ ਥੱਲੇ ਬੇਸ ਤੇ ਰੱਖ ਕੇ ਤੇ ਫਿਰ ਦੋਨੋਂ ਇੱਕ ਹੱਥ 'ਚ ਫੜ ਕੇ ਇਸ ਤਰੀਕੇ ਨਾਲ ਕਰਦੇ ਨੇ। ਉਹ ਵੀ ਤਰੀਕਾ ਬੈਟਰ ਹੈ, ਪਰ ਇਹ ਤਰੀਕਾ ਮੈਨੂੰ ਜ਼ਿਆਦਾ ਸੌਖਾ ਤੇ ਵਧੀਆ ਲੱਗਦਾ ਹੈ, ਇਸ ਲਈ ਮੈਂ ਇਹ ਉਪਯੋਗ ਕਰਦਾ ਹਾਂ। ਹੁਣ ਜੋ ਨੈਕਸਟ ਇਹ ਵਾਇਰਸ ਨੇ, ਇਹਨਾਂ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਆਪਣੀ PCB ਨੂੰ ਸ਼ੇਪ ਦੇਣ ਦੇ ਲਈ, ਆਪਣਾ ਸਰਕਟ ਡਾਇਗਰਾਮ ਬਣਾਉਣ ਦੇ ਲਈ। ਜਿਵੇਂ ਕਿ ਦੇਖੋ ਮੈਂ ਇਹਦੇ ਵਿੱਚ ਵਾਇਰਸ ਨੂੰ ਇੱਧਰ ਉੱਧਰ ਜੋ ਲੈ ਕੇ ਗਿਆ ਹਾਂ, ਉਹ ਤੁਸੀਂ ਇਹਨਾਂ ਦੇ ਨਾਲ ਵੀ ਕਰ ਸਕਦੇ ਹੋ, ਜਾਂ ਫਿਰ ਜੇ ਤੁਹਾਨੂੰ ਇਹ ਵਾਇਰਸ ਨਹੀਂ ਚਾਹੀਦੀਆਂ ਤੁਸੀਂ ਇਹਨਾਂ ਨੂੰ ਇਸ ਦੀ ਮਦਦ ਦੇ ਨਾਲ ਇਦਾਂ ਕੱਟ ਵੀ ਸਕਦੇ ਹੋ ਜੇ ਤੁਸੀਂ ਚਾਹੋ ਤਾਂ। ਨਹੀਂ ਤਾਂ ਫਿਰ ਜੇ ਤੁਹਾਨੂੰ ਇਹ ਵਾਇਰਸ ਘੱਟ ਪੈ ਰਹੀਆਂ ਨੇ ਲੇਕਿਨ ਤੁਹਾਡਾ ਸਰਕਟ ਡਾਇਗਰਾਮ ਬਹੁਤ ਹੀ ਜ਼ਿਆਦਾ ਵੱਡਾ ਹੈ ਤਾਂ ਫਿਰ ਇਹ 10 ਵਾਇਰ ਆਉਂਦੀ ਹੈ। ਇਹ ਦੇਖੋ ਇਹ 10 ਵਾਇਰ ਆਉਂਦੀ ਹੈ, ਇਹ ਵੀ ਤੁਹਾਨੂੰ ਇਲੈਕਟ੍ਰੋਨਿਕਸ ਦੀ ਸ਼ਾਪ ਤੋਂ ਮਿਲ ਜਾਂਦੀ ਹੈ। ਇਸ ਨੂੰ ਤੁਸੀਂ ਆਪਣੀ PCB ਤੇ ਇਦਾਂ ਲਗਾ ਕੇ ਦੇਖੋ, ਜੇ ਮੈਂ ਇਸ ਦੇ ਨਾਲ ਕਨੈਕਟ ਕਰਨਾ ਚਾਹੁੰਦਾ ਹਾਂ ਤਾਂ ਫਿਰ ਮੈਂ ਇਸ ਨੂੰ ਇਹਦੇ ਨਾਲ ਲਗਾਵਾਂਗਾ ਤੇ ਥੋੜਾ ਜਿਹਾ ਇਦਾਂ ਸੋਲਡਰ ਇਦਾਂ ਕਰਾਂਗਾ ਤਾਂ ਕਿ ਇਹ ਇੱਕ ਜਗ੍ਹਾ ਤੇ ਫਿਕਸ ਹੋ ਜਾਏ। ਦੇਖ ਸਕਦੇ ਹੋ ਇਹ ਵਾਇਰ ਇਹਦੇ ਨਾਲ ਜੁੜ ਚੁੱਕੀ ਹੈ। ਹੁਣ ਇਸ ਤੇ ਤੁਸੀਂ ਇਹਨਾਂ ਨੂੰ ਇਦਾਂ ਫੋਲਡ ਕਰਕੇ ਆਪਣੀ PCB ਡਿਜ਼ਾਈਨ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸ਼ਾਰਪ ਤਰੀਕੇ ਦੇ ਨਾਲ ਫੋਲਡ ਕਰਨ ਵਾਸਤੇ ਪਿਆਨ ਚੰਗੀ ਤਰ੍ਹਾਂ ਹੋਵੇ ਇਦਾਂ ਇੱਕ ਟਵੀਜ਼ਰ ਦਾ ਇਸਤੇਮਾਲ ਵੀ ਕਰ ਸਕਦੇ ਹੋ। ਜੇ ਤੁਸੀਂ ਇਕੱਲੇ ਡਾਟਸ ਨੂੰ ਇਦਾਂ ਕਰਨਾ ਚਾਹੁੰਦੇ ਹੋ ਤਾਂ ਕਿ ਤੁਹਾਡੇ ਕਾਰਨਰ ਬਿਲਕੁਲ ਸ਼ਾਰਪ ਰਹਿਣ, ਤੇ ਫਿਰ ਤੁਸੀਂ ਇਸ ਤਰੀਕੇ ਨਾਲ ਆਪਣਾ ਸਰਕਟ ਡਾਇਗਰਾਮ ਬਣਾ ਸਕਦੇ ਹੋ। ਜੇ ਤੁਸੀਂ ਹੁਣ ਇਸ ਤਾਰ ਨੂੰ ਉਤਾਰਨਾ ਹੈ ਤਾਂ ਇੱਕ ਪਾਸੇ ਥੋੜਾ ਜਿਹਾ ਜ਼ੋਰ ਲਗਾਓ, ਥੋੜਾ ਜਿਹਾ, ਜ਼ਿਆਦਾ ਨਹੀਂ, ਤੇ ਫਿਰ ਇਸ ਨੂੰ ਜਿੱਦਾਂ ਹੀ ਤੁਸੀਂ ਹੀਟ ਕਰੋਗੇ ਇਹ ਚੀਜ਼ ਉੱਥੋਂ ਦੀ ਬਾਹਰ ਨਿਕਲ ਜਾਏਗੀ। ਉਸੇ ਤਰ੍ਹਾਂ ਜੇ ਹੁਣ ਮੈਂ ਇਹਦੀ ਲੈਗਸ ਕੱਟਦਾ ਹੁਣ ਦੇਖੋ ਤੁਸੀਂ ਮੈਂ ਇਹਦੀ ਲੈਗਸ ਕੱਟਤੀਆਂ ਨੇ ਤਾਂ ਬਿਲਕੁਲ ਇਹ ਸਾਡੀ ਜਿੱਦਾਂ ਰੈਡੀਮੇਡ PCB ਹੁੰਦੀ ਹੈ, ਜਿਵੇਂ ਕਿ ਇਹ ਜਿਹਦੀਆਂ ਕੋਈ ਵੀ ਲੈਗਸ ਉੱਪਰ ਨਹੀਂ ਹੁੰਦੀਆਂ ਉਸ ਤਰ੍ਹਾਂ ਦੀ ਹੋ ਚੁੱਕੀ ਹੈ। ਹੁਣ ਇਹ ਮੇਰਾ ਕੰਪੋਨੈਂਟ ਇਸ PCB ਤੇ ਫਿਕਸ ਹੈ। ਹੁਣ ਜੇ ਫਿਕਸਡ ਕੰਪੋਨੈਂਟ ਨੂੰ ਮੈਂ ਬਾਹਰ ਕੱਢਣਾ ਹੈ ਤਾਂ ਫਿਰ ਇਹ ਰਾਉਂਡਡ ਟਵੀਜ਼ਰ ਯੂਜ਼ ਕੀਤੀ ਜਾਂਦੀ ਹੈ। ਉਸ ਦੇ ਲਈ ਮੈਂ ਪਹਿਲਾਂ ਇਸ ਦੇ ਵਿੱਚ ਇਦਾਂ ਇਹਨੂੰ ਫਸਾਵਾਂਗਾ ਇਸ ਕੰਪੋਨੈਂਟ ਦੇ ਵਿੱਚ, ਤੇ ਫਿਰ ਬੈਕ ਸਾਈਡ ਘੁਮਾ ਕੇ ਅਸੀਂ ਥੋੜਾ ਜਿਹਾ ਇਸ ਨੂੰ ਦਬਾਵਾਂਗੇ ਤੇ ਨਾਲ ਹੀ ਹੀਟ ਲਾਵਾਂਗੇ। ਤੁਸੀਂ ਦੇਖ ਸਕਦੇ ਹੋ ਬੜੀ ਆਸਾਨੀ ਦੇ ਨਾਲ ਮੇਰਾ ਕੰਪੋਨੈਂਟ ਇੱਕ ਸਾਈਡ ਤੋਂ ਬਾਹਰ ਨਿਕਲ ਗਿਆ। ਉਸੇ ਤਰ੍ਹਾਂ ਇਦਾਂ ਕਰਕੇ ਮੈਂ ਦੂਸਰੇ ਪਾਸੇ ਵੀ ਕਰਾਂਗਾ ਇਸ ਤਰੀਕੇ ਨਾਲ ਕਿ ਉੱਥੇ ਥੋੜੀ ਟੈਂਸ਼ਨ ਹੋਵੇ ਤਾਂ ਕਿ ਉਹ ਬਾਹਰ ਆਉਣ ਦੇ ਲਈ ਤੁਸੀਂ ਉੱਤੇ ਫੋਰਸ ਲਗਾ ਰਹੇ ਹੋ। ਤੇ ਜਿੱਦੀ ਤੁਸੀਂ ਉਹਦੇ ਨਾਲ ਟੱਚ ਕਰਦੇ ਹੋ ਦੇਖੋ ਤੁਹਾਡਾ ਕੰਪੋਨੈਂਟ ਇਹਦਾ ਬਾਹਰ ਆ ਜਾਂਦਾ। ਤੇ ਇਹ ਡੀਸੋਲਡਰਿੰਗ ਕਰਨ ਦਾ ਇੱਕ ਤਰੀਕਾ ਹੈ। ਜੋ ਦੂਸਰਾ ਤਰੀਕਾ ਡੀਸੋਲਡਰਿੰਗ ਕਰਨ ਦਾ ਹੈ ਉਹਦੇ ਵਾਸਤੇ ਪਹਿਲਾਂ ਸਾਨੂੰ ਇੱਕ ਕੰਪੋਨੈਂਟ ਲਗਾਉਣਾ ਪਏਗਾ। ਜਿਵੇਂ ਕਿ ਮੈਂ ਇੱਕ LED ਲਗਾ ਦਿੰਦਾ ਇਸ ਤਰੀਕੇ ਨਾਲ। ਤੁਸੀਂ ਇੱਕ LED ਨੂੰ ਚੰਗੀ ਤਰ੍ਹਾਂ PCB ਦੇ ਬਾਟਮ ਤੇ ਇਦਾਂ ਲਗਾ ਲਓ ਤੇ ਉਸ ਤੋਂ ਬਾਅਦ ਸੋਲਡਰਿੰਗ ਪੇਸਟ ਲੈ ਕੇ ਇਸ ਦੇ ਬੇਸ ਤੇ ਥੋੜੀ ਥੋੜੀ ਇਦਾਂ ਟੱਚ ਕਰਾ ਦਿਓ, ਮਤਲਬ ਉਸੇ ਥੋੜੀ ਜਿਹੀ ਲੱਗਣੀ ਚਾਹੀਦੀ ਹੈ, ਜ਼ਿਆਦਾ ਲਗਾਉਣ ਦੀ ਜ਼ਰੂਰਤ ਨਹੀਂ ਹੈ। ਫਿਰ ਇਸ ਤਰੀਕੇ ਦੇ ਨਾਲ ਲੈ ਕੇ ਸਿਰਫ ਤੁਸੀਂ ਇਦਾਂ ਟੱਚ ਕਰੋ ਤੇ ਥੋੜੀ ਜਿਹੀ ਦੇਰ ਵੇਟ ਕਰੋ ਤੇ ਤੁਹਾਡਾ ਆਪਣੇ ਆਪ ਹੀ ਦੇਖੋ ਉਸ ਜਗ੍ਹਾ ਤੇ ਟਾਂਕਾ ਲੱਗ ਜਾਂਦਾ ਹੈ। ਹੁਣ ਜੇ ਇਦਾਂ ਹੱਥ ਦੇ ਵਿੱਚ ਤੁਹਾਨੂੰ ਸਟੇਬਲ ਨਹੀਂ ਹੈ ਤਾਂ ਤੁਸੀਂ ਇਹ ਕਲੇ ਜਿਹੜੀ ਸਾਡੀ ਹੈ ਇਹਦਾ ਹਮੇਸ਼ਾ ਤੁਸੀਂ ਯੂਜ਼ ਕਰ ਸਕਦੇ ਹੋ। ਇਹਦੇ ਵਿੱਚ ਇਹਦਾ ਫਿਕਸ ਕਰ ਦਿਓ, ਇੱਕ ਹੱਥ ਦੇ ਵਿੱਚ ਤੁਸੀਂ ਇਹ ਫੜ ਲਓ
ਤੇ ਫਿਰ ਇਸ ਤਰੀਕੇ ਨਾਲ ਜਿਹੜਾ ਡਬਲ ਮੈਥਡ ਹੈ ਉਹ ਕਿਹਾ ਹੈ ਕਿ ਪਹਿਲਾਂ ਤੁਸੀਂ ਇਹਦੇ ਨਾਲ ਉਸ ਜਗ੍ਹਾ ਨੂੰ ਗਰਮ ਕਰ ਲੈਣਾ ਹੈ ਤੇ ਫਿਰ ਹੌਲੀ ਹੌਲੀ ਇਸ ਕਾਪਰ ਦੀ ਇਸ ਵਾਇਰ ਨੂੰ, ਸੋਲਡਰਿੰਗ ਵਾਇਰ ਨੂੰ ਜਦੋਂ ਤੁਸੀਂ ਟੱਚ ਕਰੋਗੇ ਪਿਘਲਦੀ ਹੀ ਜਾਏਗੀ। ਇਹ ਦੂਸਰਾ ਤਰੀਕਾ ਹੈ। ਇਸ ਦੇ ਨਾਲ ਵੀ ਬੜੀ ਵਧੀਆ ਹੀ ਤਰੀਕੇ ਨਾਲ ਸੋਲਡਰਿੰਗ ਹੁੰਦੀ ਹੈ। ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਡਾ ਕੰਪੋਨੈਂਟ ਉੱਥੇ ਲੱਗ ਚੁੱਕਿਆ ਹੈ। ਤੇ ਹੁਣ ਜੇ ਮੈਂ ਚਾਹਾਂ ਤਾਂ ਜੇ ਮੈਨੂੰ ਇਹਦਾ ਕੱਟਦਾ ਇਹ ਹਲੇ ਮੈਂ ਬਹੁਤ ਹੀ ਜ਼ਿਆਦਾ ਮੋٹے ਟਾਂਕੇ ਲਗਾ ਰਿਹਾ ਹਾਂ। ਤੁਸੀਂ ਚਾਹੋ ਤਾਂ ਇਹਨਾਂ ਨੂੰ ਪਤਲੇ ਵੀ ਲਗਾ ਸਕਦੇ ਹੋ। ਜਦੋਂ ਆਪਾਂ ਆਰਡੂਇਨੋ ਦੀ ਅਨਪੈਕੇਜਿੰਗ ਕਰਕੇ ਉਸ ਤੇ ਕਰਾਂਗੇ ਤਾਂ ਮੈਂ ਤੁਹਾਨੂੰ ਪਤਲੇ ਵੀ ਲਗਾਣੇ ਦਿਖਾਵਾਂਗਾ। ਹੁਣ ਇਹ ਤੁਹਾਡਾ ਸੋਲਡਰ ਹੋ ਚੁੱਕਿਆ ਹੈ ਪਾਰਟ, ਲੇਕਿਨ ਹੁਣ ਜੇ ਤੁਸੀਂ ਇਸ ਤੇ ਡੀਸੋਲਡਰਿੰਗ ਕਰਨੀ ਹੈ ਤਾਂ ਤੁਹਾਡੇ ਕੋਲ ਦੋ ਤਰੀਕੇ ਨੇ। ਪਹਿਲਾ ਹੈ ਯੂਜ਼ ਕਰਨਾ ਡੀਸੋਲਡਰਿੰਗ ਪੰਪ ਨੂੰ, ਜਿਹਨੂੰ ਆਪਾਂ ਤੁਹਾਨੂੰ ਦੱਸਿਆ ਸੀ ਪਹਿਲਾਂ। ਇਸ ਨੂੰ ਯੂਜ਼ ਕਰਨ ਦਾ ਤਰੀਕਾ ਕੀ ਹੈ ਕਿ ਤੁਸੀਂ ਆਪਣੇ ਸੋਲਡਰ ਲੈਣਾ ਹੈ ਤੇ ਇਸ ਨੂੰ ਪਹਿਲਾਂ ਅੱਗੋਂ ਦੀ ਸਾਫ਼ ਕਰ ਲੈਣਾ ਹੈ ਇਸ ਦੇ ਨਾਲ। ਤੁਸੀਂ ਦੇਖ ਸਕਦੇ ਹੋ ਬਿਲਕੁਲ ਅੱਗੋਂ ਦੀ ਟਿਪ ਸਾਫ਼ ਹੋ ਚੁੱਕੀ ਹੈ, ਬਿਲਕੁਲ। ਇਹ ਦੇਖੋ, ਮੈਂ ਜ਼ਰਾ ਫੋਕਸ ਕਰਨ ਦੀ ਕੋਸ਼ਿਸ਼ ਕਰਦਾ। ਦੇਖੋ ਬਿਲਕੁਲ ਕੁਝ ਵੀ ਸਿਲਵਰ ਅੱਗੇ ਨਹੀਂ ਲੱਗਿਆ ਹੋਇਆ। ਹੁਣ ਇਸ ਤੋਂ ਬਾਅਦ ਪੰਪ ਨੂੰ ਆਪਾਂ ਲੋਡ ਕਰ ਲਿਆ ਹੈ। ਪੰਪ ਨੂੰ ਉਸ ਜਗ੍ਹਾ ਤੇ ਰੱਖ ਕੇ ਜਿਸ ਜਗ੍ਹਾ ਤੇ ਤੁਹਾਡਾ ਉਹ ਟਾਂਕਾ ਲੱਗਿਆ ਹੋਇਆ ਹੈ ਤੇ ਇਸ ਨੂੰ ਉਸ ਜਗ੍ਹਾ ਨਾਲ ਗਰਮ ਕਰਨਾ ਹੈ। ਸੋਲਡਰ ਨੂੰ ਉਸ ਜਗ੍ਹਾ ਨਾਲ ਗਰਮ ਕਰਨਾ ਹੈ। ਉਸ ਤੇ ਰੱਖ ਕੇ ਤੁਸੀਂ ਬਟਨ ਪ੍ਰੈਸ ਕਰ ਦੇਣਾ ਹੈ। ਸੋ ਜਿੰਨਾ ਵੀ ਉਹ ਮਟੀਰੀਅਲ ਹੋਏਗਾ ਲਿਕੁਇਡ ਸਟੇਟ ਦੇ ਵਿੱਚ ਉਹ ਬਿਲਕੁਲ ਇਹ ਖਿੱਚ ਲਏਗਾ ਤੇ ਇਹਦੇ ਵਿੱਚ ਉਹ ਆ ਜਾਏਗਾ। ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਦੇ ਨਾਲੋਂ ਉਸ ਜਗ੍ਹਾ ਤੇ ਬਹੁਤ ਘੱਟ ਲਿਕੁਇਡ ਰਹਿ ਗਿਆ ਹੈ ਸੋਲਡਰਿੰਗ ਵਾਇਰ ਦਾ। ਇਸੇ ਤਰੀਕੇ ਨਾਲ ਆਪਾਂ ਦੂਸਰਾ ਵੀ ਕਰ ਲਾਂਗੇ। ਇੱਕ ਵਾਰ ਇਹਨੂੰ ਪਹਿਲਾਂ ਪੁਸ਼ ਕਰਕੇ ਲੋਡ ਕਰਾਂਗੇ, ਉਸ ਜਗ੍ਹਾ ਤੇ ਰੱਖਾਂਗੇ ਤੇ ਇਦਾਂ ਹੀ ਸਕਸ਼ਨ ਕਰ ਲੇਗਾ। ਇਸ ਤਰੀਕੇ ਦੇ ਨਾਲ ਤੁਸੀਂ ਡੀਸੋਲਡਰਿੰਗ ਕਰ ਸਕਦੇ ਹੋ। ਡੀਸੋਲਡਰਿੰਗ ਕਰਨ ਦਾ ਜਿਹੜਾ ਦੂਸਰਾ ਤਰੀਕਾ ਹੈ ਉਹ ਹੈਗਾ ਵਿਕ ਯੂਜ਼ ਕਰਨਾ। ਵਿਕ ਦਰਅਸਲ ਕਾਪਰ ਦੀ ਵਾਇਰ ਦਾ ਇੱਕ ਇਹਦਾ ਜਾਲ ਜਿਹਾ ਹੁੰਦੀ ਹੈ ਗੁੰਦਿਆ ਪਿਆ। ਇਸ ਤੇ ਤੁਸੀਂ ਕੀ ਕਰਨਾ ਹੈ, ਪਹਿਲਾਂ ਥੋੜੀ ਜਿਹੀ ਪੇਸਟ ਲਗਾ ਲਓ, ਥੋੜੀ ਜਿਹੀ, ਤੇ ਫਿਰ ਜਿਸ ਜਗ੍ਹਾ ਤੇ ਤੁਸੀਂ ਡੀਸੋਲਡਰ ਕਰਨਾ ਚਾਹੁੰਦੇ ਹੋ ਉਸ ਜਗ੍ਹਾ ਤੇ ਪਹਿਲਾਂ ਇਸ ਨੂੰ ਰੱਖੋ ਇਦਾਂ ਕਰਕੇ ਤੇ ਫਿਰ ਇਹ ਸੋਲਡਰ ਦੇ ਨਾਲ ਉਸ ਜਗ੍ਹਾ ਨੂੰ ਇਦਾਂ ਗਰਮ ਕਰੋ। ਜਿੰਨਾ ਵੀ ਸੋਲਡਰ ਹੋਏਗੀ ਉਹ ਇਹ ਚੂਸ ਲੇਗੀ। ਦੇਖੋ ਤੁਸੀਂ ਬਿਲਕੁਲ ਸਾਫ਼ ਸੀਗੀ, ਲੇਕਿਨ ਜਿੰਨਾ ਵੀ ਸੋਲਡਰ ਸੀ ਇਸਨੇ ਚੂਸ ਲਿਆ, ਤਾਂ ਹੀ ਦੇਖੋ ਇਹ ਇਹਦੇ ਵਿੱਚ ਆ ਗਿਆ ਉਰੇ। ਇਸੇ ਤਰੀਕੇ ਦੇ ਨਾਲ ਦੂਸਰੇ ਵਾਲੇ ਵੀ ਆਪਾਂ ਕੱਢ ਲਾਂਗੇ। ਬਿਲਕੁਲ ਆਰਾਮ ਦੇ ਨਾਲ ਤੁਸੀਂ ਕੰਮ ਕਰਨਾ ਹੈ, ਕੋਈ ਜਲਦਬਾਜ਼ੀ ਨਹੀਂ ਹੈ। ਤੇ ਫਿਰ ਅਸੀਂ ਜਦੋਂ ਚਾਹੀਏ ਆਪਣਾ ਕੰਪੋਨੈਂਟ ਬਿਲਕੁਲ ਆਰਾਮ ਦੇ ਨਾਲ ਇਦਾਂ ਕੱਢ ਸਕਦੇ ਹਾਂ। ਦੇਖੋ ਤੁਸੀਂ ਕਿੰਨੇ ਆਰਾਮ ਦੇ ਨਾਲ ਨਿਕਲ ਗਿਆ, ਕਿੰਨੇ ਹੀ ਆਰਾਮ ਦੇ ਨਾਲ। ਜਦ ਕਿ ਸੋਲਡਰਿੰਗ ਮੈਂ ਤੁਹਾਨੂੰ ਦੱਸਿਆ ਕਿੰਨੀ ਜ਼ਿਆਦਾ ਸਟਰੋਂਗ ਚੀਜ਼ ਹੈ, ਇੰਨੀ ਛੇਤੀ ਨਹੀਂ ਨਿਕਲਦੀ। ਡੀਸੋਲਡਰਿੰਗ ਵਿਕ ਦੇ ਨਾਲ ਜਾਂ ਫਿਰ ਪੰਪ ਦੇ ਨਾਲ ਤੁਸੀਂ ਇਹਨਾਂ ਨੂੰ ਬਹੁਤ ਆਸਾਨੀ ਦੇ ਨਾਲ ਡੀਸੋਲਡਰ ਕਰ ਸਕਦੇ ਹੋ। ਹੁਣ ਇਸ ਤੋਂ ਬਾਅਦ ਅਸੀਂ ਚੱਲਾਂਗੇ ਆਪਣੀ ਆਰਡੂਇਨੋ ਮਿਨੀ ਦੀ ਅਨਬਾਕਸਿੰਗ ਤੇ ਅਨਪੈਕੇਜਿੰਗ ਤੇ। ਸੋ ਆ ਗਿਆ ਹੈ ਜੀ ਸਾਡਾ ਆਰਡੂਇਨੋ ਪ੍ਰੋ ਮਿਨੀ। ਸੋ ਮੈਂ ਤੁਹਾਡੇ ਸਾਹਮਣੇ ਹੀ ਇਹਨੂੰ ਕੱਟਣ ਜਾ ਰਿਹਾ ਹਾਂ, ਇਹਦੇ ਪੈਕੇਜ ਨੂੰ। ਇਹ ਬਹੁਤ ਸਾਰੇ ਅਲੱਗ-ਅਲੱਗ ਪੈਕੇजेस ਦੇ ਵਿੱਚ ਆਉਂਦਾ ਹੈ, ਜਿਵੇਂ ਇਸ ਦੇ ਵਿੱਚ ਆਇਆ ਹੈ। ਕੁਝ ਇਸ ਤਰ੍ਹਾਂ ਦਾ ਪੈਕੇਜਿੰਗ ਵੀ ਹੁੰਦੀ ਹੈ ਸਿਲਵਰ ਕਲਰ ਦੀ। ਹੁਣ ਆਪਾਂ ਦੇਖਦੇ ਹਾਂ ਸਾਨੂੰ ਇਹਦੇ ਵਿੱਚ ਕੀ ਮਿਲਦਾ ਹੈ। ਸਭ ਤੋਂ ਪਹਿਲਾਂ ਸਾਨੂੰ ਮਿਲਦਾ ਹੈ ਆਰਡੂਇਨੋ ਪ੍ਰੋ ਮਿਨੀ ਆਪ ਇੱਕ ਚਿਪ। ਇਸ ਦੇ ਬਾਰੇ ਆਪਾਂ ਪੂਰੀ ਡਿਟੇਲ ਦੇ ਵਿੱਚ ਤੇ ਨਾਲ ਬਹੁਤ ਹੀ ਜ਼ਿਆਦਾ ਤਗੜੇ ਪ੍ਰੋਜੈਕਟਸ ਬਣਾਵਾਂਗੇ ਤੇ ਇੰਨੇ ਜ਼ਿਆਦਾ ਵਧੀਆ ਕਿ ਮਤਲਬ ਤੁਸੀਂ ਸੋਚ ਵੀ ਨਹੀਂ ਸਕਦੇ। ਬਹੁਤ ਹੀ ਜ਼ਿਆਦਾ ਵਧੀਆ, ਸਭ ਤੋਂ ਵਧੀਆ ਚੀਜ਼ ਹੈ ਇਹ ਆਰਡੂਇਨੋ ਪ੍ਰੋ ਮਿਨੀ। ਇਹਦੇ ਨਾਲ ਸਾਨੂੰ ਮਿਲਦੀ ਹੈ ਇਹ ਮੇਲ ਹੈਡਰਸ, ਜੋ ਕਿ ਆਪਾਂ ਇਹਦੇ ਨਾਲ ਇਦਾਂ ਲਗਾਵਾਂਗੇ। ਨਾਲੇ ਮੈਂ ਇਸੇ ਵੀਡੀਓ ਦੇ ਵਿੱਚ ਲਗਾ ਕੇ ਦਿਖਾਵਾਂਗਾ ਤੁਹਾਨੂੰ ਕਿ ਜੇ ਆਪਾਂ ਬਰੀਕ ਤੋਂ ਬਰੀਕ ਟਾਂਕਾ ਲਗਾਉਣਾ ਹੋਵੇ ਤਾਂ ਫਿਰ ਆਪਾਂ ਕਿਵੇਂ ਲਗਾ ਸਕਦੇ ਹਾਂ। ਦੋ ਇਦਾਂ ਦੇ ਹੈਡਰ ਤਾਂ ਕਿ ਆਪਾਂ ਇਹਦੀ ਦੋਨੋਂ ਸਾਈਡਸ ਤੇ ਲਗਾ ਸਕੀਏ। ਤੇ ਫਿਰ ਇੱਕ ਸਾਨੂੰ ਇਹ ਮਿਲਦੀ ਹੈ ਇੱਕ ਹੋਰ ਮੇਲ ਹੈਡਰਸ ਜੋ ਕਿ 90 ਡਿਗਰੀ ਐਂਗਲ ਤੇ ਨੇ ਤਾਂ ਕਿ ਉਹ ਇਦਾਂ ਲੱਗ ਸਕਣ। ਆਰਡੂਇਨੋ ਬਹੁਤ ਸਾਰੇ ਤਰ੍ਹਾਂ ਦੇ ਹੁੰਦੇ ਨੇ, ਜਿਵੇਂ ਸਭ ਤੋਂ ਪਪੂਲਰ ਹੈ ਇਹ ਆਰਡੂਇਨੋ ਉਨੋ। ਆਰਡੂਇਨੋ ਪ੍ਰੋ ਮਿਨੀ ਮੈਂ ਤੁਹਾਨੂੰ ਦਿਖਾ ਹੀ ਦਿੱਤਾ ਹੈ। ਇਹ ਹੈ ਜੀ ਆਰਡੂਇਨੋ ਨੈਨੋ। ਸੋ ਇਸ ਤਰ੍ਹਾਂ ਦੇ ਬਹੁਤ ਆਉਂਦੇ ਨੇ। ਮੈਂ ਕੋਸ਼ਿਸ਼ ਕਰਾਂਗਾ ਕਿ ਜਿੰਨੇ ਵੱਧ ਤੋਂ ਵੱਧ ਹੋ ਸਕੇ ਮੈਂ ਕਵਰ ਕਰ ਸਕਾਂ ਆਪਣੀ ਆਉਣ ਵਾਲੀ ਵੀਡੀਓਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ
ਇਸ ਨੂੰ ਸੋਲਡਰਿੰਗ ਕਰਨ ਵਾਸਤੇ ਸਾਨੂੰ ਇੱਕ ਬ੍ਰੈਡ ਬੋਰਡ ਦੀ ਜ਼ਰੂਰਤ ਹੈ। ਉਹ ਆਪਾਂ ਇਸ ਲਈ ਲੈ ਰਹੇ ਹਾਂ ਤਾਂ ਕਿ ਬਿਲਕੁਲ ਐਨ ਸਹੀ ਤਰੀਕੇ ਨਾਲ ਬਿਲਕੁਲ 90 ਡਿਗਰੀ ਐਂਗਲ ਤੇ ਇਹ ਲੈਗਸ ਲੱਗਣ। ਜੇ ਇਦਾਂ ਜਾਂ ਫਿਰ ਇਦਾਂ ਲੱਗ ਜਾਣ ਤਾਂ ਫਿਰ ਇਹ ਬ੍ਰੈਡ ਬੋਰਡ ਤੇ ਠੀਕ ਤਰੀਕੇ ਨਾਲ ਨਹੀਂ ਲੱਗੇਗੀ। ਸੋ ਉਸ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਸਾਈਡ ਦੀ ਮੇਲ ਹੈਡਰ ਨੂੰ ਲੈ ਕੇ ਇਸ ਤਰੀਕੇ ਨਾਲ ਇਹਦੇ ਵਿੱਚ ਲਗਾ ਲਾਂਗੇ। ਫਿਰ ਅਸੀਂ ਦੇਖ ਲਾਂਗੇ ਆਰਡੂਇਨੋ ਪ੍ਰੋ ਮਿਨੀ ਤੇ ਇੱਕ ਵਾਰੀ ਇਦਾਂ ਲਗਾ ਕੇ ਵੀ ਕਿੱਥੇ ਤੱਕ ਅਗਲਾ ਆਪਾਂ ਲਗਾਉਣਾ ਹੈ। ਇਸ ਲਾਈਨ ਦੇ ਵਿੱਚ ਆਪਾਂ ਅਗਲਾ ਲਗਾਉਣਾ ਹੈ। ਸੋ ਇਸ ਤਰੀਕੇ ਦੇ ਨਾਲ ਅਸੀਂ ਪਹਿਲਾਂ ਇਹਨਾਂ ਨੂੰ ਸੈੱਟ ਕਰ ਲਾਂਗੇ। ਫਿਰ ਅਸੀਂ ਆਪਣੇ ਆਰਡੂਇਨੋ ਪ੍ਰੋ ਮਿਨੀ ਨੂੰ ਲੈ ਕੇ ਇਸ ਦੇ ਵਿੱਚ ਇਦਾਂ ਲਗਾ ਲਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਇਹ ਲੱਗ ਚੁੱਕਿਆ ਹੈ। ਹੁਣ ਫਾਈਨਲੀ ਆਪਾਂ ਕੀ ਕਰਨਾ ਹੈ, ਆਪਣੀ ਸੋਲਡਰਿੰਗ ਪੇਸਟ लेके ਤੇ ਉਹੀ ਟਵੀਜ਼ਰ लेके थोड़ी थोड़ी सोल्डरिंग पेस्ट ਇਹਦੀ ਸਾਰੀ ਪਿੰਸ ਤੇ ਲਗਾਣੀ ਹੈ। ਤੁਸੀਂ ਦੇਖ ਸਕਦੇ ਇਦਾਂ। ਮੈਂ ਉਮੀਦ ਕਰਦਾ ਹਾਂ ਤੁਹਾਨੂੰ ਦਿਖ ਰਿਹਾ ਹੋਵੇਗਾ। ਸਿਰਫ ਥੋੜੀ ਥੋੜੀ ਟੱਚ ਕਰਾਣੀ ਹੈ ਤਾਂ ਕਿ ਸਾਰੇ ਤੇ ਇਹ ਥੋੜੀ ਥੋੜੀ ਲੱਗ ਜਾਏ। ਹੁਣ ਸਾਰੀਆਂ ਪਿੰਸ ਤੇ ਇਦਾਂ ਹੀ सोल्डरिंग पेस्ट लगाने तो बाद सानू जरूरत है अपनी सोल्डरिंग वायर दी। इस काम दे वास्ते आपां पतली वायर दा यूज करांगे क्योंकि आपां बहुत बरीक टांके लगाने हैं। सो मैं पहला ये प्लेटफॉर्म नूं थोड़ा ऊपर चक ला। सो हुण तुहानूं पहले नालों वधिया नजर आ रहा होएगा। तुसीं देख सकदे हो आपां हाले तक एन चंगी तरह सारी पिंस ते ये फ्लक्स लगाती है। हुण असीं क्या करना है, असीं अपना सोल्डर लेना है ਤੇ ਅਸੀਂ ਸੋਲਡਰਿੰਗ ਵਾਸਤੇ ਹੁਣ ਪਤਲੀ ਵਾਲੀ ਵਾਇਰ ਲਾਉਂਗੇ ਤੇ ਅਸੀਂ ਇਹਦੀ ਇੱਕ ਪਿੰਨ ਤੇ ਪਹਿਲਾਂ ਸੋਲਡਰ ਰੱਖਾਂਗੇ ਤੇ ਫਿਰ ਵਾਇਰ ਨੂੰ ਥੋੜਾ ਜਿਹਾ ਅੱਗੇ ਕਰਕੇ ਪੁਸ਼ ਕਰਾਂਗੇ ਤਾਂ ਕਿ ਉਹਦੇ ਤੇ ਸੋਲਡਰ ਮੈਲਟ ਹੋ ਕੇ ਗਿਰ ਜੇ। ਤੇ ਇਹ ਤੁਹਾਨੂੰ ਕਾਫੀ ਛੇਤੀ ਕਰਨਾ ਹੈ, ਨਹੀਂ ਤਾਂ ਹੀਟ ਜਿਹੜੀ ਹੈ ਉਹ ਬਾਕੀ ਕੰਪੋਨੈਂਟਸ ਤੱਕ ਪਹੁੰਚ ਸਕਦੀ ਹੈ ਤੇ ਹੋ ਸਕਦਾ ਹੈ ਕਿ ਉਹ ਡੈਮੇਜ ਹੋ ਜਾਣ। ਸੋ ਇਸੇ ਲਈ ਆਪਾਂ ਜਲਦੀ ਨਾਲ ਕਰਨਾ ਹੈ। ਪਹਿਲਾਂ ਮੈਂ ਤੁਹਾਨੂੰ ਇੱਕ ਕਰਕੇ ਦਿਖਾਣਾ। ਰੱਖਿਆ ਇਦਾਂ ਅਸੀਂ ਵਾਇਰ ਨੂੰ ਕੀਤਾ ਤੇ ਛੱਡਤਾ ਬਸ। फिर नैक्सट ते रखिया वायर नूं थोड़ा जिहा पुश कीता ते छड्डता। नैक्सट ते रखिया वायर नूं पुश कीता ते छड्डता। हुण इहदे विच ग्रैविटी भी बहुत ज़्यादा इंपॉर्टेंट हुंदी है। ਉਹੀ ਸਾਨੂੰ ਹੈਲਪ ਕਰਦੀ ਹੈ ਕਿ ਜਦੋਂ ਆਪਾਂ ਇਹਨਾਂ ਨੂੰ ਪੁਸ਼ ਕਰ ਰਹੇ ਹੋਈਏ ਸੋਲਡਰਿੰਗ ਵਾਇਰ ਨੂੰ ਤਾਂ ਫਿਰ ਜਿਹੜਾ ਗ੍ਰੈਵਿਟੀ ਦੇ ਕਾਰਨ ਜਿੰਨਾ ਵੀ ਲਿਕੁਇਡ ਹੁੰਦਾ ਉਹ ਥੱਲੇ ਵਾਲੇ ਪਾਸੇ ਚਲਾ ਜਾਂਦਾ ਹੈ, ਜਿਹਦੇ ਕਾਰਨ ਸਾਡਾ ਟਾਂਕਾ ਬਿਲਕੁਲ ਚੰਗੀ ਤਰ੍ਹਾਂ ਪਿੰਸ ਦੇ ਨਾਲ ਜੁੜ ਜਾਂਦਾ ਹੈ। ਸੋ ਇਸੇ ਤਰ੍ਹਾਂ ਆਪਾਂ ਪਹਿਲਾਂ ਗਰਮ ਕਰਾਂਗੇ ਪਿੰਨ ਨੂੰ, ਥੋੜਾ ਕਿਦਾ ਪੁਸ਼ ਕਰਾਂਗੇ ਤੇ ਛੱਡ ਦਾਂਗੇ। ਗਰਮ ਕਰਾਂਗੇ, ਥੋੜਾ ਪੁਸ਼ ਕਰਾਂਗੇ ਤੇ ਛੱਡ ਦਾਂਗੇ। ਇਹੀ ਹੈ ਜੀ ਬਹੁਤ ਜ਼ਿਆਦਾ ਆਸਾਨ ਤਰੀਕਾ। ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਨਾਲ ਸਾਡੇ ਸੋਲਡਰਿੰਗ ਦੇ ਟਾਂਕੇ ਲੱਗ ਰਹੇ ਨੇ। ਉਮੀਦ ਕਰਦਾ ਤੁਹਾਨੂੰ ਦਿਖ ਰਹੇ ਹੋਣਗੇ। ਸੋ ਇਸੇ ਤਰ੍ਹਾਂ ਆਪਾਂ ਕਰਕੇ ਪੂਰੀ ਇੱਥੇ ਲਾਈਨ ਕਰ ਲਾਂਗੇ। ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਅਸੀਂ ਸਾਰੇ ਸੋਲਡਰ ਦੇ ਪੁਆਇੰਟਸ ਕਰ ਲਏ ਨੇ। ਆ ਦੇਖੋ ਜੀ ਸਾਰੇ ਵਧੀਆ ਤਰੀਕੇ ਨਾਲ ਸੋਲਡਰ ਹੋ ਚੁੱਕੇ ਨੇ। ਦੇਖੋ ਜੀ ਕੋਈ ਵੀ ਇੱਕ ਦੂਜੇ ਦੇ ਨਾਲ ਆਪਸ ਦੇ ਵਿੱਚ ਟੱਚ ਨਹੀਂ ਕਰ ਰਿਹਾ। ਸੋ ਹੁਣ ਆਪਾਂ ਇਹਨੂੰ ਬ੍ਰੈਡ ਬੋਰਡ ਤੋਂ ਇਦਾਂ ਉਤਾਰ ਸਕਦੇ ਹਾਂ ਤੇ ਪਿੰਸ ਵੀ ਨਾਲ ਹੀ ਉਤਰ ਜਾਣਗੇ। ਸੋ ਇਹਨੂੰ ਤਾਂ ਆਪਾਂ ਸੋਲਡਰ ਕਰ ਲਿਆ ਹੈ ਜੀ ਤੇ ਹੁਣ ਆਪਾਂ ਇਹਨੂੰ ਕਰਾਂਗੇ ਯੂਜ਼ ਆਪਣੀ ਅਗਲੀ ਵੀਡੀਓਜ਼ ਦੇ ਵਿੱਚ। ਸੋ ਇਸੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿ ਅੱਗੇ ਆਰਡੂਇਨੋ ਪ੍ਰੋ ਮਿਨੀ ਦੇ ਬਹੁਤ ਸਾਰੇ ਨਵੇਂ ਪ੍ਰੋਜੈਕਟਸ ਆ ਰਹੇ ਨੇ। ਸੋ ਉਹਨਾਂ ਦੀ ਤੁਹਾਨੂੰ ਲੇਟੈਸਟ ਅਪਡੇਟ ਮਿਲਦੀ ਰਹੇ, ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਸੋ ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਵੇਗੀ ਤੇ ਤੁਹਾਨੂੰ ਇਹਦੇ ਵਿੱਚੋਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਜੇ ਤੁਹਾਨੂੰ ਐਸਾ ਕੁਝ ਵੀ ਨਵਾਂ ਸਿੱਖਣ ਨੂੰ ਮਿਲਿਆ ਸੋਲਡਰਿੰਗ ਆਇਰਨ ਬਾਰੇ ਤਾਂ ਫਿਰ ਪਲੀਜ਼ ਇਸ ਵੀਡੀਓ ਨੂੰ ਕਰ ਦਿਓ ਲਾਈਕ, ਇਹਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਤਾਂ ਕਿ ਇਹ ਕਿਸੇ ਐਸੇ ਬੰਦੇ ਤੱਕ ਪਹੁੰਚ ਸਕੇ ਜਿਹਨੂੰ ਇਸ ਵੀਡੀਓ ਦੀ ਜ਼ਰੂਰਤ ਹੈ। ਤੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਜੀ ਤਾਂ ਇਸ ਚੈਨਲ ਦੇ ਵਿੱਚ ਆਪਾਂ ਆਉਣ ਵਾਲੀ ਨਵੀਂ ਟੈਕਨੋਲੋਜੀਜ਼ ਬਾਰੇ ਡਿਸਕਸ ਕਰਦੇ ਹਾਂ। ਜਿੰਨੇ ਵੀ ਨਵੀਂ ਰੋਬੋਟਿਕਸ ਦੇ ਵਿੱਚ ਇੰਡਸਟਰੀ ਦੇ ਵਿੱਚ ਆਟੋਮੇਸ਼ਨ ਹੋ ਰਹੀ ਹੈ ਉਹਦੇ ਬਾਰੇ ਡਿਸਕਸ ਕਰਦੇ ਹਾਂ। ਆਰਡੂਇਨੋ ਨੂੰ ਪੂਰੇ ਡਿਟੇਲ ਦੇ ਵਿੱਚ ਸਮਝਾਂਗੇ, ਪਲੱਸ ਸੋਲਡਰਿੰਗ ਕਿਵੇਂ ਕੀਤੀ ਜਾਂਦੀ ਹੈ, ਸਭ ਕੁਝ ਐਂਡ ਬੇਸਿਕਸ ਤੋਂ ਬਿਲਕੁਲ ਪੰਜਾਬੀ ਦੇ ਵਿੱਚ ਸਮਝਾਉਂਦੇ ਆ। ਤੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਫਿਰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਸਬਸਕ੍ਰਾਈਬ ਕਰਕੇ ਨਾਲ ਬੈਲ ਜ਼ਰੂਰ ਦਬਾ ਦੇਣਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਆਉਂਦੀ ਰਹੇ ਤੇ ਪਤਾ ਲੱਗ ਜਾਏ ਕਿ ਕਦੋਂ ਆਪਾਂ ਇੱਕ ਨਵੀਂ ਵੀਡੀਓ ਪਾਈਏ। तो तब तक लिए जी नवी वीडियो का वेट करो तो मिलते हैं ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। थैंक यू।